करहु पुकावन देहु वरताए। सबना सिखा नूं हुक्म कीता है। बाबा दीप सिंह नूं आखिया तुसीं दमदमा साहिब जाके गुरमत दा प्रचार करना, ਸਿੰਘਾਂ ਨੂੰ ਗੁਰਬਾਣੀ ਪੜ੍ਹਾਉਣੀ। ਭਾਈ ਮਨੀ ਸਿੰਘ ਜੀ ਨੂੰ ਆਖਿਆ ਕਿ ਤੁਸੀਂ ਅੰਮ੍ਰਿਤਸਰ ਸਾਹਿਬ ਜਾਣਾ, ਉੱਥੇ ਗੁਰਬਾਣੀ ਦਾ ਪ੍ਰਚਾਰ ਕਥਾ ਕੀਰਤਨ ਸੋ ਕਰਨਾ ਅਤੇ ਸਿੰਘਾਂ ਨੂੰ ਪੜ੍ਹਾਉਣਾ। ਮਾਤਾ ਸਾਹਿਬ ਦੀਵਾ ਕੌਰ ਨੂੰ ਪਹਿਲਾਂ ਹੀ ਦਿੱਲੀ ਮਾਤਾ ਸੁੰਦਰ ਕੌਰ ਕੋਲ ਭੇਜ ਦਿੱਤਾ। ਇਉਂ ਸਭਨਾਂ ਨੂੰ ਵੱਖੋ ਵੱਖ ਹੁਕਮ ਲਾਏ। ਜੋ ਭਾਈ ਸੰਤੋਖ ਸਿੰਘ ਜੀ ਸਨ, ਉਹਨਾਂ ਨੂੰ ਸਾਹਿਬਾਂ ਨੇ ਹੁਕਮ ਕੀਤਾ ਕਿ ਤੁਸੀਂ ਇਸ ਅਸਥਾਨ ਦੇ ਜਿੰਨਾ ਵੀ ਪੈਸਾ ਮਾਇਆ ਤੇਲਾ ਆਵੇ ਉਹਦੇ ਨਾਲ ਗੁਰੂ ਕਾ ਲੰਗਰ ਚਲਾਉਣਾ ਹੈ। ਚਿੰਤਨਾ ਕਰਿ ਕਾਏ, ਲੰਗਰ ਪਕਾ ਕੇ ਵਰਤਾਉਣਾ ਹੈ ਅਤੇ ਧਨ ਦੀ ਕਿਸੇ ਪ੍ਰਕਾਰ ਵੀ ਚਿੰਤਾ ਨਹੀਂ ਕਰਨੀ। ਸੀਸ ਨਿਵਾਏ। ਇਸ ਤਰ੍ਹਾਂ ਗੁਰੂ ਸਾਹਿਬਾਂ ਦਾ ਹੁਕਮ ਸੁਣ ਕੇ ਸਭਨਾਂ ਨੇ ਗੁਰੂ ਮਹਾਰਾਜ ਨੂੰ ਸੀਸ ਨਵਾ ਕੇ ਮੱਥਾ ਟੇਕਿਆ। ਅਤੇ ਗੁਰੂ ਸਾਹਿਬ ਜੀ ਦੇ ਚਾਰ ਚੁਫੇਰੇ ਫੇਰ ਕਰਕੇ ਪਰਿਕਰਮਾ ਕੀਤੀਆਂ। ਗੁਰੂ ਜੀ ਮਹਾਰਾਜ ਚੇਖਾ ਦੇ ਉੱਪਰ ਵਿਰਾਜਮਾਨ ਹੋ ਗਏ। ਜਦ ਸਿੰਘਾਂ ਨੇ ਪਰਿਕਰਮਾ ਕਰਕੇ ਤੇ ਝੰਡਾ ਦਿਖਾਇਆ ਹੈ। ਅੱਗ ਬਹੁਤ ਭਾਰੀ ਭਾਂਬੜਾਂ ਦੇ ਰੂਪ ਦੇ ਵਿੱਚ ਮੱਚੀ। ਜਦ ਭਾਂਬੜ ਮੱਚ ਗਏ ਤਾਂ ਝਟਪਟ ਸਿੰਘ ਕਨਾਤ ਦੇ ਦਰਵਾਜ਼ੇ ਤੋਂ ਬਾਹਰ ਆ ਗਏ। ਜਿਸ ਵਕਤ ਕਨਾਤ ਦਾ ਦਰਵਾਜ਼ਾ ਛੱਡ ਕੇ ਬਾਹਰ ਆਏ, ਸ਼ਬਦ ਸ਼ਰਾਉਣ ਮਹਿ ਤਬ ਸੁਨ ਪਾਏ। ਤਦੋਂ ਸਿੰਘਾਂ ਨੇ ਆਪਦੇ ਕੰਨ ਵਿੱਚ ਇਹ ਆਵਾਜ਼ ਉੱਚੀ ਉੱਚੀ ਸੁਣੀ ਹੈ। ਵਾਹਿਗੁਰੂ ਜੀ ਕੀ ਬਹੁ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ 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 ਫਤਿਹ। ਪਤਾ ਨਹੀਂ ਕਿੰਨੀ ਵਾਰ ਇਹ ਉੱਚੀ ਉੱਚੀ ਆਵਾਜ਼ ਕੰਨਾਂ ਵਿੱਚ ਸੁਣਾਈ ਦਿੱਤੀ। ਬਾਰ ਬਾਰ ਬੋਲਤ ਸੁਖ ਮਤੇ। ਸੁਖ ਦੇ ਸਹਿਤ ਕੋਈ ਦੁੱਖਾਂ ਵਾਲੀ ਆਵਾਜ਼ ਨਹੀਂ ਹੈ। ਕੋਈ ਹਾਏ ਨਹੀਂ, ਕੋਈ ਓਏ ਨਹੀਂ, ਕੋਈ ਸੀ ਨਹੀਂ, ਕੋਈ ਹਾਲ ਪਾਰਿਆ ਦੀ ਆਵਾਜ਼ ਨਹੀਂ, ਅਤੇ ਸਿਰਫ ਫਤਿਹ ਦੀ ਆਵਾਜ਼ ਸੁੱਖਾਂ ਦੇ ਸਹਿਤ ਉੱਚੀ ਉੱਚੀ ਆ ਰਹੀ ਹੈ। ਪ੍ਰਚੰਡ ਵਡੇਰੇ। ਜਦੋਂ ਅਗਨੀ ਬਹੁਤ ਜ਼ਿਆਦਾ ਤਿੱਖੀ ਮੱਚੀ, ਸਰੀਰ ਕੇ ਪਰਸੀ ਨੇਰੇ। ਉਹ ਡਰਦੀ ਮਾਰੀ ਗੁਰੂ ਜੀ ਦੇ ਸਰੀਰ ਨੂੰ ਪਰਸੀ ਨਹੀਂ ਹੈ। ਤਬ ਸਮਾਧ ਸਤਿਗੁਰੂ ਲਗਾਈ। ਤਦੋਂ ਸਤਿਗੁਰੂ ਜੀ ਨੇ ਜੋਗੀਆਂ ਵਾਲੀ ਸਮਾਧੀ ਲਾ ਲਈ, ਕਿਉਂਕਿ ਮਹਾਰਾਜ ਤਾਂ ਜੋਗੀਆਂ ਦੇ ਗੁਰੂ ਨੇ। 4 ਯੁੱਗਾਂ ਦੀ ਸਮਾਧੀ ਹੈ ਸੱਚੇ ਪਾਤਸ਼ਾਹ ਜੀ ਦੀ। ਬੜਾ ਵੱਡਾ ਅਭਿਆਸ ਹੈ ਜੋ ਹੇਮਕੁੰਡ ਸਾਹਿਬ ਦੇ ਪਰਬਤ 'ਤੇ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਇੱਕੋ ਹੀ ਪੱਥਰ ਦੀ ਸਿਲਾ 'ਤੇ ਚੌਂਕੜਾ ਮਾਰ ਕੇ ਵੇਖੋ 4 ਯੁੱਗ ਸਮਾਧੀ ਲਾ ਕੇ ਬੈਠੇ ਰਹੇ। ਬੜਾ ਵੱਡਾ ਅਭਿਆਸ ਹੈ ਮਹਾਰਾਜ ਦਾ। ਕਿਸੇ ਜੋਗੀ ਨੇ ਗੁਰੂ ਸਾਹਿਬ ਦੀ ਭਲਾ ਕੀ ਬਰਾਬਰੀ ਕਰ ਲੈਣੀ ਹੋਈ। ਮਹਾਰਾਜ ਨੇ ਸਮਾਧੀ ਲਾਈ ਹੈ 10ਵੇਂ ਦੁਆਰ ਦੇ ਵਿੱਚ। ਆਪਦੀ ਧੁਨੀ ਦੇ ਵਿੱਚੋਂ ਨਾਭੀ ਦੇ ਵਿੱਚੋਂ
योग अग्नि निकाली है। चढ़ आकाश के पंथ पधारे, हर आकाश दे रस्ते चढ़ करके आओ गए ते आओ गए। आए आए नर खरे पुकारे, खड़े मनुख हाय हाय कर रहे ਹਨ। जय जय शब्द गगन में होवा। श्री गुरु गोबिंद सिंह साहब जी ਦੀ जय ਹੋਵੇ। श्री गुरु गोबिंद सिंह साहब जी ਦੀ जय ਹੋਵੇ। ਆਕਾਸ਼ ਦੇ ਵਿੱਚ ਦੇਵਤਿਆਂ ਨੇ जय जयकार ਦੀ आवाज़ सुनाई है। सुनियो शोन कुछ नैन ना जोगा। ਕੰਨਾਂ ਦੇ ਵਿੱਚ जय जयकार ਦੀ आवाज़ ਤਾਂ ਆ ਰਹੀ ਹੈ, पर ਅੱਖਾਂ ਦੇ ਨਾਲ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਗਣ ਦੇਵਨ ਮੈਂ ਨੌਬਤ ਬਾਜੇ, ਸਮੂਹ ਦੇਵਤਿਆਂ ਦੇ ਵਿੱਚ ਛੋਟੇ ਨਗਾਰੇ ਨੌਬਤਾਂ ਵੱਜੀਆਂ ਹਨ। ਸੁਣਤ ਸਕਲ ਜਿਮ ਨੀਰਤ ਗਾਜੇ। ਸਾਰਿਆਂ ਨੇ ਇੰਜ ਆਵਾਜ਼ਾਂ ਸੁਣੀਆਂ ਜਿਸ ਤਰ੍ਹਾਂ ਬੱਦਲ ਗਰਜਦਾ ਹੁੰਦਾ ਹੈ। ਪਰੀ ਗੂੰਜ ਇੱਕ ਬਾਰ ਵਿਸਾਲਾ, ਇੱਕੋ ਵਾਰੀ ਗੂੰਜ ਪੈ ਗਈ। ਜਨ ਗਾਜਤ ਮਤਰੀ ਕਨ ਮਾਲਾ। ਮਾਨੋ ਕਿ ਮਿੱਠਾ ਮਿੱਠਾ ਬੱਦਲ ਗੱਜਦਾ ਹੋਵੇ, ਇਸ ਤਰ੍ਹਾਂ ਦੇਵਤਿਆਂ ਦੇ ਨਗਾਰਿਆਂ ਦੀ ਆਵਾਜ਼ ਆਈ ਹੈ। ਆਕਾਸ਼ ਪ੍ਰਕਾਸ਼ ਮਹਾਨਾ, ਆਕਾਸ਼ ਦੇ ਵਿੱਚ ਬਹੁਤ ਭਾਰੀ ਪ੍ਰਕਾਸ਼ ਹੋਇਆ ਹੈ। ਲਾਲ ਵਰਣ ਸਭ ਕੋ ਦ੍ਰਿਸ਼ਟਾਨਾ, ਬੱਦਲ ਦਾ ਰੰਗ ਲਾਲ ਸਭਨਾਂ ਨੂੰ ਦੂਰੋਂ ਦਿਖਿਆ ਹੈ। ਜਨ ਬਰਖਾ ਆਕਾਰ ਕੁਛ ਘਨ ਲਟੇ। ਮਾਨੋ ਕਿ ਵਰਖਾ ਕਰਨ ਤੋਂ ਬਾਅਦ ਕੁਝ ਕੁ ਬੱਦਲ ਫਟੇ ਹੋਏ ਹਨ, ਹਟੇ ਹੋਏ ਨੇ। ਸਾਵਣ ਕੀ ਸੰਧਿਆ ਮੈਂ ਫਟੇ, ਸਾਉਣ ਦੀ ਸੰਧਿਆ ਨੂੰ ਵਰਖਾ ਤੋਂ ਬਾਅਦ ਸਮਝ ਲਓ ਬੱਦਲ ਫਟੇ ਹੋਏ ਹਨ। ਸੂਰਜ ਕਿਰਨ ਸਜਲ ਤੇ ਬਰਣ, ਮਾਨੋ ਕਿ ਸੂਰਜ ਦੀਆਂ ਕਿਰਨਾਂ ਨਾਲ ਮੀਂਹ ਪੈ ਰਿਹਾ ਹੈ, ਨਾਲ ਸੂਰਜ ਨਿਕਲਿਆ, ਇਸ ਤਰ੍ਹਾਂ ਸੋ ਰੰਗ ਹੋਇਆ ਪਿਆ ਹੈ। ਤਿਸ ਵਿਦ ਦੇਖੀਅਤ ਪੀਤ ਕੀ ਆਰਣ, ਕਿਸੇ ਪਾਸੇ ਤਾਂ ਪੀਲਾ ਰੰਗ, ਕਿਸੇ ਪਾਸੇ ਲਾਲ ਰੰਗ, ਯਾਨੀ ਸਤਰੰਗੀ ਪੀਂਘ ਪਈ ਹੋਈ ਹੈ। ਵੀਰ ਬਿਮਾਨਨ ਕੀ ਬਹੁਈ, ਬਹੁਤ ਜ਼ਿਆਦੇ ਵਿਮਾਨ ਦੇਵਤੇ ਲੈ ਕੇ ਆ ਗਏ। ਗੁਰ ਆਵਗਨ ਜਾਣ ਸਭ ਕੋਈ, ਸਭ ਕਿਸੇ ਨੇ ਗੁਰੂ ਜੀ ਦਾ ਆਉਣਾ ਜਾਣਿਆ ਹੈ। ਵੀਰ ਬਾਣ ਪਹੁੰਚੇ ਸਮੁਦਾਏ, ਬਹੁਤ ਸਾਰੇ ਦੇਵੀ ਦੇਵਤੇ ਗੁਰੂ ਜੀ ਨੂੰ ਆਕਾਸ਼ ਦੇ ਵਿੱਚ ਲੈਣ ਲਈ ਪਹੁੰਚੇ ਹਨ। ਜੈ ਜੈ ਧੁਨ ਤੇ ਰਾਵ ਉਠਾਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੈ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੈ ਹੋਵੇ। ਇਸ ਤਰ੍ਹਾਂ ਉੱਚੀ ਉੱਚੀ ਆਵਾਜ਼ ਆ ਰਹੀ ਹੈ। ਵਾਹਿਗੁਰੂ ਜੀ ਕੀ ਕਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿ ਰਹੇ ਹਨ। ਮਿਲੇ ਦੇਵਤਾ ਕੀ ਗਨ ਜਿਤੇ, ਦੇਵਤਿਆਂ ਦੇ ਜਥਿਆਂ ਦੇ ਜਥੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਇਕੱਠੇ ਹੋਏ ਹਨ। ਧੰਨ ਗੁਰੂ ਸਭ ਕਾਰਜ ਕਰੇ, ਆਖ ਰਹੇ ਨੇ ਗੁਰੂ ਸਾਹਿਬ ਤੁਸੀਂ ਧੰਨੋ, ਸਾਰੇ ਹੀ ਕਾਰਜ ਸੰਪੂਰਨ ਕੀਤੇ ਹਨ। ਦੁਸ਼ਟਨ ਕੁਲ ਬਲ ਤੇ ਪਰ ਹਾਰੇ, ਸੋ ਦੁਸ਼ਟਾਂ ਦੀਆਂ ਕੁਲਾਂ ਬਲ ਦੇ ਨਾਲ ਆਪ ਨੇ ਦੂਰ ਕਰ ਦਿੱਤੀਆਂ। ਸਵਈਆ ਪੰਕਜ ਪੂਤ ਬੇਪੂਤ ਮਿਲੇ ਸ਼ਿਵ, ਬ੍ਰਹਮਾ ਮਿਲਿਆ, ਵਿਸ਼ਨੂੰ ਮਿਲਿਆ, शिव जी मिलिया है। आन मिले पुरहूत समेता, इंद्र दे समेत सारे ही आन के गुरु साहब नू मिले हन। नारद गावत बन लाए, बेन लए नारद
ਜੋ ਹੱਥ ਵਿੱਚ ਬੰਸਰੀ ਵਜਾਉਂਦਾ ਹੋਇਆ ਮਿਲਿਆ। ਗੁਰ ਨਾਨਕ ਕੇ ਪਦ ਤੇ ਪਦ ਜੇ ਸੁਖ ਹੇਤਾ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਜਿਹੜੇ ਸੁੱਖਾਂ ਦਾ ਕਾਰਨ ਹਨ, ਉਹਨਾਂ ਦਾ ਧਿਆਨ ਧਾਰ ਕੇ ਨਾਰਦ ਹੱਥ ਵਿੱਚ ਵੀਣਾ ਲਈ ਗੁਰੂ ਸਾਹਿਬ ਨੂੰ ਆ ਕੇ ਮਿਲਿਆ। ਆਦਿ ਹੋਤਾ ਸਨ ਦੇਵ ਸਭੈ ਬਾਦ। ਅਗਨ ਦੇਵਤਾ ਆਦਿਕ ਸਾਰੇ ਹੀ ਦੇਵ ਬਧੂ ਹੋਏ ਮੋਦ ਨਗੇਤਾ। ਦੇਵਤਿਆਂ ਦੀਆਂ ਬਾਹੂਆਂ ਯਾਨੀ ਅਪਸ਼ਨਾ ਸ੍ਰੇਸ਼ਟ ਰੂਪ ਰੰਗ ਵਾਲੀਆਂ ਆਨੰਦ ਦੇ ਘਰ ਸਤਿਗੁਰੂ ਮਹਾਰਾਜ ਜੀ ਨੂੰ ਆ ਕੇ ਮਿਲੀਆਂ। ਕੌਤਕ ਭਾਂਤ ਅਨੇਕ ਨਿਹਾਰ ਹੈ। ਅਨੇਕ ਤਰ੍ਹਾਂ ਦੇ ਅਦਬ ਸਤਿਕਾਰ ਤੇ ਗੁਣਾਨਵਾਦ ਵਾਲੇ ਕੌਤਕ ਕੋਈ ਦਿਵਤੇ ਤਾਂ ਕਰ ਰਹੇ ਨੇ ਤੇ ਕੋਈ ਦੇਖ ਰਹੇ ਹਨ। ਕੈ ਦਿਖਰਾਏ ਬੱਬੇਕ ਸੰਕੇਤਾ। ਕੋਈ ਦਿਖਾ ਰਹੇ ਨੇ, ਕੋਈ ਦੇਖ ਰਹੇ ਨੇ, ਪਰ ਉਹਨਾਂ ਕੌਤਕਾਂ ਦੇ ਵਿੱਚ ਵਿਵੇਕ ਦੇ ਇਸ਼ਾਰੇ ਹਨ। ਅਨੇਕ ਭਾਂਤ ਦੇ ਕੌਤਕ ਦੇਵਤੀ ਆਦਿ ਕਰਕੇ ਦਿਖਾਉਂਦੇ ਨੇ ਗਿਆਨ ਦੇ ਘਰ ਗੁਰੂ ਸਾਹਿਬ ਜੀ ਨੂੰ, ਅਤੇ ਉਹ ਦੇਖ ਰਹੇ ਨੇ ਉਹਨਾਂ ਨੂੰ ਜੋ ਖੁਸ਼ੀ ਦਾ ਘਰ ਹੋ ਰਹੇ ਨੇ। ਪਰ ਗੁਰੂ ਜੀ ਵਿਵੇਕ ਸੰਕੇਤਾ ਹਨ ਕਿ ਉਹ ਪੂਰਨ ਗਿਆਨ ਵਿੱਚ ਟਿਕੇ ਖੜੇ ਸਭ ਕੁਝ ਵੇਖ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਨੰਦਨ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਿਬਜ਼ਾਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਬੰਧਨ ਜੋਗ ਨਿਕੰਦਨ ਹੋ ਦੁਖ। ਵਸਤੁਤੀ ਕਰ ਰਹੇ ਨੇ ਕਿ ਗੁਰੂ ਸਾਹਿਬ ਤੁਸੀਂ ਨਮਸਕਾਰ ਕਰਨੇ ਯੋਗ ਹੋ ਤੇ ਦੁੱਖਾਂ ਨੂੰ ਕੱਟਣ ਵਾਲੇ ਹੋ। ਪੰਥ ਰਚਿਓ ਸ਼ੁਭ ਗ੍ਰੰਥ ਸੰਚਿਓ ਆਰ। ਆਪ ਜੀ ਨੇ ਖਾਲਸਾ ਪੰਥ ਰਚਿਆ ਤੇ ਸੋਹਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਚ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਅਰ ਪੂੰਜੇ ਅਚਿਓ ਅਰ ਕੈਂਠ ਲਹਿਓ ਸੁਖ। ਅਤੇ ਹੇ ਮਹਾਰਾਜ ਆਪ ਜੀ ਨੇ ਸਮੂਹ ਦੁਸ਼ਮਣਾਂ ਨੂੰ ਖਪਾਇਆ ਤੇ ਸੁੱਖ ਖਾਲਸਾ ਪੰਥ ਲਈ ਇਕੱਠਾ ਕਰ ਲਿਆ। ਤੇਜ ਵਿਸ਼ਾਲ ਕਿਰਪਾਲ ਸਦਾ। ਆਪ ਜੀ ਦਾ ਬਹੁਤ ਭਾਰੀ ਤੇਜ ਪ੍ਰਤਾਪ ਹੈ ਤੇ ਸਦਾ ਹੀ ਕਿਰਪਾਲੂ ਦਿਆਲੂ ਹੋ ਜੀ। ਬਿੰਸਿਓ ਅਰਬਿੰਦ ਬਿਲੰਦ ਦਿਪੈ ਮੁਖ। ਆਪ ਜੀ ਦਾ ਚਿਹਰਾ ਕਮਲ ਦੀ ਤਰ੍ਹਾਂ ਖਿੜਿਆ ਹੋਇਆ, ਮੁਖ ਬਹੁਤ ਜ਼ਿਆਦਾ ਪ੍ਰਕਾਸ਼ਮਾਨ ਹੈ। ਹਿੰਦਨ ਬ੍ਰਿੰਦ ਕੀ ਲਾਜ ਰੱਖੀ। ਸਮੂਹ ਹਿੰਦੂਆਂ ਦੀ ਆਪ ਨੇ ਲਾਜ ਰੱਖਣਾ ਕੀਤੀ। ਆਪ ਜੀ ਦੇ ਪਿਤਾ ਦਾ ਸੀਸ ਵਾਰ ਕੇ ਬਾਅਦ ਵਿੱਚ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਕੇ ਤੁਰਕਾਨ ਪ੍ਰਤਾਪ ਖਪਾਏ ਰਿਸੇ ਚੁਖ। ਅਤੇ ਥੋੜੇ ਜਿਹੇ ਗੁੱਸੇ ਦੇ ਨਾਲ ਹੀ ਸਮੂਹ ਤੁਰਕਾਂ ਨੂੰ ਖਪਾ ਦਿੱਤਾ। ਓਤ ਕੁਲਾਹਲ ਦੇਵਨ ਮੈਂ ਗਾਨਾ। ਇੰਜ ਸਮੂਹ ਦੇਵਤਿਆਂ ਦੇ ਵਿੱਚ ਆਨੰਦ ਦਾ ਰੌਲਾ ਪੈ ਰਿਹਾ ਹੈ। ਗਨ ਦੇਵ ਵਧੂ ਬਹੁ ਨਾਚਤ ਹੈ। ਦੇਵਤਿਆਂ ਦੀਆਂ ਬਾਹੂਆਂ ਯਾਨੀ ਪਛਰਾ ਉਹ ਨੱਚ ਕੇ ਖੁਸ਼ੀ ਮਨਾ ਰਹੀਆਂ ਨੇ। ਸਭਨਾਂ ਦਾ ਆਪੋ ਆਪਣਾ ਤਰੀਕਾ ਹੈ, ਉਹਨਾਂ ਦਾ ਤਰੀਕਾ ਹੀ ਨੱਚਣਾ ਹੈ। ਤੋ ਗੁਰੂ ਜੀ ਦੇ ਅੱਗੇ ਉਹ ਨੱਚ ਕਰਕੇ ਖੁਸ਼ੀ ਮਨਾ ਰਹੀਆਂ ਹਨ। ਮੰਗਲ ਕੋ ਸਰਬੰਗ ਤਰੈ। ਸਾਰੇ ਹੀ ਖੁਸ਼ੀਆਂ ਮੰਗਲ ਕਰ ਰਹੇ ਹਨ। ਜੈ ਬਾਗੋ ਤੰਗ ਬਾਜਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੈ ਹੋਵੇ। ਆਪਣੇ ਨਿਆਣਿਆਂ ਨੂੰ ਫੜੋ, ਦੂਜਾ ਨਿਆਣਾ ਵੱਜਾ ਵਿੱਚ। ਹਾਂਜੀ। ਮੰਗਲ ਕੋ ਸਰਬੰਗ ਤਰੈ। ਜੈ ਬਾਗੋ ਤੰਗ ਬਾਜਤ ਹੈ। ਜੈ ਹੋਵੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੈ ਹੋਵੇ। ਇਸ ਤਰ੍ਹਾਂ ਸਾਰੇ ਹੀ ਦੇਵਤੇ ਜੈ ਜੈਕਾਰ ਕਰ ਰਹੇ ਹਨ। ਬਾਜਤ ਬ੍ਰਿੰਦ ਮਿਰਦੰਗ ਉਪੰਗ। ਮਿਰਦੰਗ ਇੱਕ ਪੁਰਾਤਨ ਰੂਪ ਹੈ ਜੋੜੀ ਦਾ। ਜੋੜੀ ਇੱਕ ਨਵਾਂ ਰੂਪ ਹੈ। ਇਹਦੇ ਦੋ ਹਿੱਸੇ ਸਾਂਭਣ ਵਾਸਤੇ ਦੋ ਹਿੱਸੇ ਕਰ ਦਿੱਤੇ ਗਏ। ਜਿਸ ਤਰ੍ਹਾਂ ਢੋਲਕੀ ਹੁੰਦੀ ਸੀਗੀ, ਇਸ ਤਰ੍ਹਾਂ ਜਿਹੜੇ ਜੋੜੀ ਦੇ ਦੋ ਹਿੱਸੇ ਪਹਿਲਾਂ ਜੁੜੇ ਹੁੰਦੇ ਸੀਗੇ
ਤੇ ਵਿੱਚੋਂ ਕੱਟ ਕੇ ਇੱਕ ਡੁੱਗੀ ਬਣਾਤੀ, ਇੱਕ ਪੁੜਾ ਬਣਾ ਦਿੱਤਾ। ਮ੍ਰਿਦੰਗ ਢੋਲਕੀ ਟੈਪ, ਪੁੜੇ ਵਾਲਾ ਵੱਖਰਾ ਹਿੱਸਾ ਅਤੇ ਡੁੱਗੀ ਵਾਲਾ ਵੱਖਰਾ, ਇਉਂ ਦੋਵੇਂ ਪਾਸੇ ਢੋਲਕੀ ਦੀ ਤਰ੍ਹਾਂ। ਅਤੇ ਪਹਿਲਾਂ ਇਕੱਠੇ ਹੁੰਦੇ ਸੀ, ਉਹਨੂੰ ਮ੍ਰਿਦੰਗ ਬੋਲਦੇ ਹੈ। ਅਤੇ ਉਪੰਗ ਇੱਕ ਗਲੇ ਨਾਲ ਵੱਜਣ ਵਾਲਾ ਸਾਜ਼ ਹੈ। ਇਹ ਸਾਜ਼ ਵੱਜ ਰਹੇ ਹਨ। ਮਚੰਗ ਸੁਰੰਗਨ ਰਾਜਤ ਹੈ। ਮਚੰਗ ਵੱਡੀ ਸੁਰੰਗੀ ਜਿਹੜੀ ਗੱਜ ਦੇ ਨਾਲ ਵੱਜਦੀ ਹੈ, ਅਤੇ ਛੋਟੀ ਸੁਰੰਗੀ ਇਤਿਆਦਿਕ ਗਜਾਂ ਵਾਲਾ ਸਾਜ਼। ਸੋ ਇਹ ਵੱਜ ਰਿਹਾ ਹੈ। ਜਾਚਤ ਹੈ ਦਰਸ਼ਨ ਪ੍ਰਸੰਨ ਹੈ। ਮੰਗਦੇ ਨੇ ਗੁਰੂ ਸਾਹਿਬ ਕੋਲੋਂ ਸੁੱਖ ਸ਼ਾਂਤੀ, ਦਰਸ਼ਨ ਕਰਕੇ ਦੇਵਤੇ ਪ੍ਰਸੰਨ ਹੋ ਰਹੇ ਹਨ। ਧੰਨ ਗੁਰੂ ਮੁਦ ਮਾਚਤ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇਸ ਤਰ੍ਹਾਂ ਕਹਿੰਦੇ ਆਨੰਦ ਦੇ ਵਿੱਚ ਰਚੇ ਮਚੇ ਹਨ। ਸ੍ਰੀ ਗੁਰੂ ਤੇਗ ਬਹਾਦਰ ਨੰਦ ਕੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਿਬਜ਼ਾਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਦਰ ਕਾਰਨ ਦੇਵ ਮਿਲੇ। ਸਤਿਕਾਰ ਕਰਨ ਵਾਸਤੇ ਦੇਵਤੇ ਸਾਰੇ ਮਿਲੇ ਹਨ। ਧੀਰ ਬਹਾਦਰ ਕੋ ਅਵਲੋਕ, ਧੀਰਜ ਧਾਰੀ ਬਹਾਦਰ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਅਸ਼ੋਕ ਭਾਈ ਗਣ ਸੰਗ ਚਲੇ। ਆਨੰਦ ਦੇ ਸਹਿਤ ਹੋ ਕੇ ਸਾਰੇ ਹੀ ਗੁਰੂ ਜੀ ਦੇ ਨਾਲ ਨਾਲ ਸੱਚਖੰਡ ਵਾਲੇ ਪਾਸੇ ਨੂੰ ਚੱਲੇ ਹਨ। ਸ਼੍ਰੀ ਪ੍ਰਭਾ ਹੀਰ ਸਮੂਹਨ ਕੋ ਮਿਲ ਸਤਿਗੁਰੂ ਮਹਾਰਾਜ ਨੇ ਸਾਰਿਆਂ ਨੂੰ ਮਿਲ ਕੇ ਦੇਖਿਆ ਹੈ। ਰੀਤ ਜਥੋਚਿਤ ਕੀਨ ਭਲੇ, ਯਥਾ ਯੋਗ ਸਭਨਾਂ ਦਾ ਵੇਖ ਕੇ ਮਹਾਰਾਜ ਜੀ ਨੇ ਆਦਰ ਭਾਵ ਕੀਤਾ। ਸਭਨਾਂ ਵੱਲ ਨਿਗਾਹ ਕਰਕੇ ਉਹਨਾਂ ਦਾ ਸਤਿਕਾਰ ਕੀਤਾ। ਕੌਤਕ ਹੋਇ ਉਤਸਾਹਨ ਕੇ ਮਾ। ਇਉਂ ਸਾਧ ਸੰਗਤ ਜੀਓ, ਜਿਹੜੀ ਕਥਾ ਲਿਖਤ ਵਿੱਚ ਨਹੀਂ ਆਉਂਦੀ, ਕਵੀ ਜੀ ਉਹ ਆਪ ਦੇ ਮੁਤਾਬਕ ਲਿਖ ਰਹੇ ਨੇ, ਜਿੰਨਾ ਕੁ ਉਹਨਾਂ ਨੂੰ ਸੋਝੀ ਹੈ। ਇਹ ਚੜ੍ਹਾਈ ਕਰਨ ਤੋਂ ਬਾਅਦ ਦੀ ਕਥਾ ਹੈ ਕਿ ਆਕਾਸ਼ ਦੇ ਵਿੱਚ ਬੜੇ ਉਤਸ਼ਾਹ ਵਾਲੇ ਕੌਤਕ ਦੇਵਤਿਆਂ ਨੇ ਕੀਤੇ। ਆਪਸ ਮਹਿ ਰਖਾਏ ਚੱਲੇ, ਇੰਜ ਆਪਸ ਦੇ ਵਿੱਚ ਖੁਸ਼ ਹੋ ਕੇ ਚੱਲੇ ਹਨ। ਦੋਹਰਾ ਇਸ ਪ੍ਰਕਾਰ ਸੁਰ ਲੋਕ ਮਹਿ, ਇੰਜ ਦੇਵਤਿਆਂ ਦੇ ਲੋਕ ਵਿੱਚ ਦੇਵਨੀ ਉਤਸਵ ਕੀਨਾ, ਦੇਵਤਿਆਂ ਨੇ ਬਹੁਤ ਭਾਰੀ ਉਤਸ਼ਾਹ ਕੀਤਾ ਹੈ। ਔਰ ਪੌਰ ਸਭ ਠੌਰ ਮਹਿ, ਦਰਵਾਜੇ ਦਰਵਾਜੇ ਜਗ੍ਹਾ ਜਗ੍ਹਾ ਤੇ ਮੰਗਲ ਮੋਦ ਪ੍ਰਬੀਨ, ਬੜੀਆਂ ਖੁਸ਼ੀਆਂ ਆਨੰਦ ਦੇ ਕੌਤਕ ਆਕਾਸ਼ ਵਿੱਚ ਹੋ ਰਹੇ ਹਨ। ਇਹ ਸਵਰਗ ਲੋਕ ਦੀ ਕਥਾ ਆਪਨੇ ਸਰਵਣ ਕੀਤੀ ਹੈ। ਹਜੂਰ ਸਾਹਿਬ ਤੋਂ ਗੁਰੂ ਮਹਾਰਾਜ ਹੇਮਕੁੰਟ ਸਾਹਿਬ ਨੂੰ ਚੜ੍ਹੇ ਸਨ। ਉਸੇ ਹੀ ਰਸਤੇ ਫਿਰ ਵਾਪਸ ਗਏ। ਹੇਮਕੁੰਟ ਵਾਲੇ ਪਾਸੇ ਹੀ ਜੋ ਸਮੇਰ ਪਰਬਤ ਹੈ, ਉੱਧਰਲੇ ਪਾਸੇ ਹੀ ਸਵਰਗ ਹੈ। ਇੱਧਰਲੇ ਪਾਸੇ ਉੱਪਰ ਨੂੰ ਜਾ ਕੇ ਸੱਚਖੰਡ। ਇਹਦੀ ਕਥਾ ਕਵੀ ਸੰਤੋਖ ਸਿੰਘ ਜੀ ਨੇ ਅੱਖਰਾਂ ਦੇ ਵਿੱਚ ਜੋ ਬਿਆਨ ਨਹੀਂ ਕੀਤੀ ਜਾ ਸਕਦੀ, ਥੋੜ੍ਹੀ ਬਹੁਤੀ ਬਿਆਨ ਕੀਤੀ ਹੈ। ਹੁਣ ਆਪ ਹੇਠਾਂ ਆਓ। ਸੱਚਖੰਡ ਹਜੂਰ ਸਾਹਿਬ ਦੀ ਕਥਾ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੀ ਸਿੱਖਾਂ ਦੀ, ਸੰਗਤਾਂ ਦੀ, ਖਾਲਸੇ ਦੀ ਸਰਵਣ ਕਰੋ ਭਾਈ। ਸਵਈਆ ਕੈ ਪਾਵਰ ਕੀ ਠੌਰ ਕਨਾਤ ਤੇ। ਜਿਸ ਵਕਤ ਗੁਰੂ ਜੀ ਦੀ ਚੇਖਾ ਨੂੰ ਅਗਨੀ ਦਿਖਾਈ ਤੇ ਕਨਾਤ ਦਾ ਦਰਵਾਜ਼ਾ ਛੱਡ ਕਰਕੇ ਕਾਲੀ ਦੇ ਨਾਲ ਬਾਹਰੇ ਆਨ ਫਿਰੇ ਸਮੁਦਾਇਆ, ਸਾਰੇ ਹੀ ਸਿੱਖ ਖਾਲਸਾ ਬਾਹਰ ਆ ਕੇ ਬੈਠ ਗਏ। ਬੈਠ ਗਏ ਗਨ ਸਿੰਘ ਜਹੂੰ ਦੇਸ਼, ਚਾਰ ਸਵੇਰੇ ਮਹਾਰਾਜ ਦੇ ਸਿੰਘ ਬੈਠ ਗਏ। ਲੋਚਨ ਤੇ ਜਲ ਪੁੰਜ ਬਹਾਇਆ, ਨੇਤਰਾਂ ਤੋਂ ਬਹੁਤ ਜ਼ਿਆਦਾ
ਸੋ ਸ਼ਮ ਸ਼ਮ ਰਾਗ ਦਾ ਜਲ ਵਗ ਰਿਹਾ ਹੈ। ਸੂਰਤ ਸ੍ਰੀ ਗੁਰ ਕੀ ਮ੍ਰਿਦਮ ਮੂਰਤ। ਸਤਿਗੁਰੂ ਮਹਾਰਾਜ ਦਾ ਕੋਮਲ ਮੁਖੜਾ ਚਿਹਰਾ ਅੱਖਾਂ ਅੱਗੇ ਆ ਰਿਹਾ ਹੈ। ਧਿਆਨ ਧਰੇ ਮਨ ਕੋ ਠਹਿਰਾਇਆ। ਸਤਿਗੁਰੂ ਜੀ ਦੇ ਕੋਮਲ ਚਿਹਰੇ ਦਾ ਧਿਆਨ ਧਰ ਕੇ ਮਨ ਨੂੰ ਉਹਨਾਂ ਨੇ ਟਿਕਾਇਆ ਹੋਇਆ ਹੈ। ਬ੍ਰਿੰਦ ਭਲੇ ਗੁਣ ਕੋ ਸਿਮਰੈ ਸ਼ੁਭ। ਸਤਿਗੁਰੂ ਜੀ ਦੇ ਸਮੂਹ ਗੁਣਾਂ ਨੂੰ ਸਾਰੇ ਹੀ ਯਾਦ ਕਰਕੇ ਵੈਰਾਗ ਕਰ ਰਹੇ ਹਨ। ਸ਼ੀਲ ਸਰਾਹਿਤ ਦੀਰਘ ਦਾਇਆ। ਸਤਿਗੁਰੂ ਜੀ ਦਾ ਨਰਮ ਸੁਭਾਅ ਜੋ ਹਮੇਸ਼ਾ ਹੀ ਬਹੁਤ ਦਿਆਲੂ ਕਿਰਪਾਲੂ ਸੀਗਾ, ਇਸ ਨੂੰ ਸਾਰੇ ਸਲਾਹੁੰਦੇ ਹਨ। ਸ੍ਰੀ ਪ੍ਰਭ ਸਿੱਖ ਕਦਮ ਪੰਜਾਬ ਕੇ। ਸੱਚੇ ਪਾਤਸ਼ਾਹ ਪੰਜਾਬ ਦੇ ਆਸਰਾ ਸਨ। ਕੌਣ ਅਲੰਬ ਹਮ ਕੀਰਾ। ਕਹਿ ਰਹੇ ਨੇ ਸੱਚੇ ਪਾਤਸ਼ਾਹ ਇੱਥੇ ਸਾਡਾ ਕਿਹੜਾ ਆਸਰਾ ਹੈ ਤੁਹਾਥੋਂ ਬਗੈਰ। ਕੌਣ ਕੇ ਹੋਏ ਸਮੀਪ ਫਿਰੈ ਨਿਤ। ਅਸੀਂ ਹੁਣ ਨਿਤ ਕਿਹਦੇ ਕੋਲ ਜਾ ਕੇ ਦੀਵਾਨ ਲਗਾ ਕੇ ਬੈਠਾਂਗੇ। ਆਹੀ ਪਿਖੈ ਸਭ ਸੰਜ ਸਵੇਰਾ। ਮਹਾਰਾਜ ਸਵੇਰੇ ਸ਼ਾਮ ਦੀਵਾਨ ਦੇ ਵਿੱਚ ਕਿਹਦੇ ਦਰਸ਼ਨ ਕਰਾਂਗੇ ਜੀ। ਸ੍ਰੀ ਮੁਖ ਤੇ ਬਿਨ ਚਾਰ ਗਿਰਾ। ਆਪ ਜੀ ਦੇ ਸੁਭਾਈ ਮਨ ਮੁਖ ਤੋਂ ਬਿਨਾ ਸੁੰਦਰ ਬਾਣੀ ਕਿਹਦੇ ਕੋਲੋਂ ਸੁਣਾਂਗੇ। ਕਿਸ ਦੇ ਉਪਦੇਸ਼ ਸੁਨੈ ਕਰ ਘੇਰਾ। ਘੇਰਾ ਕੱਤ ਕੇ ਕਿਹਦੇ ਤੋਂ ਉਪਦੇਸ਼ ਸੁਣਾਂਗੇ ਜੀ। ਇਹ ਵੈਰਾਗ ਕਰ ਰਹੇ ਨੇ। ਦੇਖ ਕਿਸੇ ਹਮ ਆਨੰਦ ਪਾਵੈ। ਅਸੀਂ ਕਿਸ ਨੂੰ ਦੇਖ ਕਰਕੇ ਆਨੰਦ ਪਾਵਾਂਗੇ ਮਹਾਰਾਜ। ਲੋਕ ਦੋਨੋਂ ਵਿਸ਼ਵਾਸ ਵਡੇਰਾ। ਦੋਨਾਂ ਲੋਕਾਂ ਦੇ ਵਿੱਚ ਸਾਡਾ ਬਹੁਤ ਭਾਰੀ ਤੁਹਾਡੇ ਵਿੱਚ ਵਿਸ਼ਵਾਸ ਸੀ। ਲੋਚਨ ਤੇ ਜਲ ਉਚਤ ਸੋਚਤ। ਇਉਂ ਸੋਚਾਂ ਸੋਚਦਿਆਂ ਹੋਇਆਂ ਨੇਤਰਾਂ ਤੋਂ ਸ਼ਮ ਸ਼ਮ ਜਲ ਵਗ ਰਿਹਾ ਹੈ। ਨਿਮਰ ਕਰੈ ਮੁਖ ਹੀ ਦੁਚਿਤਾਈ। ਆਪਣਾ ਮੁਖ ਨੀਵਾਂ ਕਰਕੇ ਤੇ ਮਨ ਦੁਚਿੱਤੇਪੁਣੇ ਦੇ ਵਿੱਚ ਸੋਚਾਂ ਸੋਚ ਰਿਹਾ ਹੈ। ਏਕ ਕੇ ਸੰਗ ਨਾ ਦੂਸਰ ਬੋਲਤ। ਕੱਲਾ ਕੱਲਾ ਬੈਠਾ, ਕੋਈ ਕੰਧ ਵੱਲ ਮੂੰਹ ਕੀਤਾ ਹੈ, ਕਿਸੇ ਨੇ ਸਿਰ ਸੁੱਟਿਆ ਹੋਇਆ ਹੈ। ਇੱਕ ਦੂਜੇ ਵੱਲ ਨਾ ਤਾਂ ਕੋਈ ਵੇਖ ਰਿਹਾ ਤੇ ਨਾ ਹੀ ਇੱਕ ਦੂਜੇ ਨਾਲ ਬੋਲ ਰਿਹਾ ਹੈ। ਦੇਖਨ ਕੋ ਨਾ ਦ੍ਰਿਸ਼ਟ ਚਲਾਈ। ਇੱਕ ਦੂਜੇ ਵੱਲ ਵੇਖਣ ਵਾਸਤੇ ਨਿਗਾਹ ਵੀ ਉੱਪਰ ਨਹੀਂ ਚੁੱਕ ਰਹੇ ਹਨ। ਤੂੰ ਬਹੁ ਨਾਗਨ ਕੀ ਮਣ ਏਕ। ਇਸ ਤਰ੍ਹਾਂ ਸਮਝੋ ਕਿ ਬਹੁਤੇ ਨਾਗਾਂ ਦੀਆਂ ਜਿਹੜੀਆਂ ਮਣੀਆਂ ਹਨ ਹੋਈ ਕਿਤ ਲੋਪ ਨਹੀਂ ਪੁਨ ਪਾਈ। ਉਹ ਕਿਤੇ ਲੋਪ ਹੋ ਗਈਆਂ ਨੇ ਤੇ ਮੁੜ ਕੇ ਉਹਨਾਂ ਨੂੰ ਲੱਭ ਨਹੀਂ ਰਹੀਆਂ। ਜਿਸ ਤਰ੍ਹਾਂ ਉਹ ਉਦਾਸ ਹੁੰਦੇ ਨੇ ਇੰਜ ਮਹਾਰਾਜ ਦੇ ਸਿੰਘ ਉਦਾਸ ਹਨ। ਭਾਗ ਬਹੀਨ ਬਯੋ ਵਸਾਇਓ। ਸਿੰਘ ਬਿਰਹਾ ਕਰਦੇ ਨੇ ਕਿ ਅਸੀਂ ਭਾਗਾਂ ਤੋਂ ਹੀਣੇ ਆ ਜੋ ਕਿ ਗੁਰੂ ਜੀ ਦੇ ਅਵਛੋੜਾ ਸਹਾ ਰਹੇ ਹਾਂ। ਗੁਰ ਸੰਗ ਗਏ ਨਾ ਸਰੀਰ ਬਿਹਾਈ। ਅਸੀਂ ਆਪਣਾ ਸਰੀਰ ਛੱਡ ਕੇ ਗੁਰੂ ਜੀ ਦੇ ਨਾਲ ਹੀ ਕਿਉਂ ਨਾ ਤੁਰ ਗਏ। ਕਿਉਂਕਿ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇ ਹੋ ਤਿਸ ਆਗੇ ਮਰ ਚੱਲੀਐ। ਜਿਸ ਪਿਆਰੇ ਨਾਲ ਪ੍ਰੇਮ ਹੋਵੇ ਉਹਦੇ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ। ਮੁੜ ਕੇ ਜੋ ਐਵੇਂ ਰੋ ਰੋ ਕੇ ਝੁਰ ਝੁਰ ਕੇ ਜ਼ਿੰਦਗੀ ਕੱਟਣੀ ਹੈ। ਬਾਰ ਬਾਰ ਰੋਜ਼ ਮਰਨ ਦੀ ਬਜਾਏ ਇੱਕੋ ਵਾਰੀ ਜਿਸ ਪਿਆਰੇ ਸਿਉ ਨੇ ਹੋ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ। ਵੇਖੋ ਪ੍ਰੀਤ ਪਤੰਗਨ ਕੀ। ਸਾਡੇ ਨਾਲੋਂ ਤਾਂ ਪਤੰਗੇ ਹੀ ਚੰਗੇ ਨੇ ਜੋ ਦੀਵੇ ਦੀ ਲਾਟ ਦੇ ਪ੍ਰੇਮ ਦੇ ਵਿੱਚ ਆਪਣੇ ਖੰਭ ਸਾੜ ਬੈਠਦੇ ਹਨ। ਛਿਨ ਮੈਂ ਤਨ ਦੇਤ ਬਿਲੋਕ ਪ੍ਰਕਾਸ਼ਾ। ਉਹਨਾਂ ਦਾ ਪ੍ਰਕਾਸ਼ ਵੇਖਣ ਦੇ ਵਿੱਚ ਪ੍ਰੇਮ ਹੁੰਦਾ। ਇੱਕ ਖਿਣ ਦੇ ਵਿੱਚ ਹੀ
ਪ੍ਰਕਾਸ਼ ਦੇ ਉੱਪਰ ਆਪਣਾ ਸਭ ਕੁਝ ਸਾੜ ਦਿੰਦੇ ਨੇ। ਨਾਦ ਸੁਨੇ ਅਹਿਲਾਦ ਹਿਰਦੈ ਕਾਦ। ਕੰਡੇ ਹੇੜੇ ਦੀ ਆਵਾਜ਼ ਸੁਣ ਕਰਕੇ ਹਰਨ ਇੰਨਾ ਆਨੰਦ ਵਿੱਚ ਮਸਤ ਹੋ ਜਾਂਦਾ ਹੈ ਕਿ ਹੋਇ ਬਿਸਮਾਦ ਤੇ ਏਣ ਬਿਨਾਸਾ। ਜਿਹੜਾ ਹਰਨ ਹੈ ਉਹ ਵਿਸਮਾਦਤਾ ਵਿੱਚ ਆ ਕੇ ਆਵਾਜ਼ ਦੇ ਅੱਗੇ ਸ਼ਿਕਾਰੀ ਅੱਗੇ ਸਿਰ ਸੁੱਟ ਕੇ ਖਲੋ ਜਾਂਦਾ। ਭਾਵੇਂ ਸ਼ਿਕਾਰੀ ਉਹਨੂੰ ਜਿਉਂਦਾ ਪਕੜ ਲਏ ਤੇ ਭਾਵੇਂ ਉਹਨੂੰ ਮਾਰ ਲਵੇ, ਸਾਡੇ ਨੂੰ ਤਾਂ ਹਰਨ ਹੀ ਚੰਗਾ ਹੈ। ਏਕ ਸੁਗੰਧ ਤੇ ਅੰਧ ਮਧੂ ਬ੍ਰਿਤ। ਇੱਕ ਸੁਗੰਧੀ ਦੇ ਵਿੱਚ ਅੰਨਾ ਹੋਇਆ ਜਿਹੜਾ ਭੌਰਾ ਹੈ। ਛੋਰਤ ਨਾਹੀ ਪ੍ਰਮੋਦ ਮੈਂ ਫਾਸਾ। ਕਮਲ ਦੇ ਫੁੱਲ ਦੀ ਸੁਗੰਧੀ ਆਨੰਦ ਵਿੱਚ ਇੰਨਾ ਫਸ ਜਾਂਦਾ ਹੈ ਕਿ ਕਮਲ ਦਾ ਫੁੱਲ ਸੂਰਜ ਛਿਪੇ ਤੋਂ ਬੰਦ ਹੋ ਜਾਂਦਾ, ਉਹ ਵੀ ਵਿੱਚ ਆਪਣਾ ਬਣਾ ਲੈਂਦਾ ਹੈ। ਸਾਡੇ ਨੂੰ ਤਾਂ ਉਹੀ ਚੰਗਾ ਹੈ। ਨੀਂਦ ਰਹਿ ਜਲ ਤੇ ਸੁਚ ਸੋ। ਜਿਹੜੀ ਮਛਲੀ ਹੈ ਉਹ ਪਾਣੀ ਤੋਂ ਬਾਹਰ ਕੱਢਿਆ ਬੜੀ ਤੜਫਦੀ ਹੈ। ਜਿਉ ਮੀਨਾ ਬਿਨ ਪਾਣੀ ਹੈ ਤਿਉ ਸਾਗਦ ਮਰੈ ਪਿਆਸ। ਤਿਉ ਹਰ ਬਿਨ ਮਰੀਆ ਰੇਮਨ ਜੋ ਬਿਰਥਾ ਜਾਵੇ ਸਾਸ। ਜੋ ਮਛਲੀ ਬਿਨ ਪਾਣੀ ਹੈ ਰਹਿ ਨਾ ਕਿਤੇ ਉਪਾਏ। ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੇ ਮਰ ਜਾਏ। ਪੌੜੀ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਬੂੰਦ ਵੀ ਹੂੰ ਨਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਨਾਦ ਕੋ ਰੰਗੈ ਭੇਦਿਆ ਸਨਮੁਖ ਉਠਤਾਵੈ। ਪਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ। ਚੰਦ ਚਕੋਰ ਪ੍ਰੀਤ ਹੈ ਲਾਈ ਤਾਰ ਨਿਹਾਲੇ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲੇ। ਇੰਝ ਸਾਡੀ ਪ੍ਰੀਤੀ ਝੂਠੀ ਹੈ ਜੋ ਕਿ ਅਸੀਂ ਗੁਰੂ ਜੀ ਤੋਂ ਬਗੈਰ ਜਿਉਂਦੇ ਹਾਂ। ਸਾਡੇ ਨਾਲੋਂ ਤਾਂ ਮੱਛੀ ਹੋਈ ਚੰਗੀ ਹੈ। ਵਿਛਰੇ ਮਰ ਜਾਤ ਸੋ ਪ੍ਰੇਮ ਉਪਾਸਾ। ਪਾਣੀ ਵਿੱਚ ਆਨੰਦ ਲੈਂਦੀ ਹੈ ਪਰ ਜਦ ਪਾਣੀ ਤੋਂ ਵਿਛੜ ਜਾਏ ਤਾਂ ਪ੍ਰੇਮ ਦੇ ਸਹਿਤ ਵੇਖੋ। ਸੋ ਪ੍ਰੇਮ ਦੀ ਉਪਾਸਨਾ ਐਸੀ ਹੈ, ਐਸਾ ਵਿਸ਼ੇਸ਼ਾ ਪ੍ਰੇਮ ਉਹਦੇ ਪਾਸ ਹੈ ਕਿ ਉਹ ਪਾਣੀ ਤੋਂ ਬਗੈਰ ਮਰ ਜਾਂਦੀ ਹੈ। ਸਾਡੇ ਨਾਲੋਂ ਤਾਂ ਇਹ ਜਿਹੜੀਆਂ ਤ੍ਰਿਗਤ ਜੂਨਾਂ ਮੈਲੇ ਜੀਵ ਜੰਤੂ ਛੋਟੇ ਉਹੀ ਚੰਗੇ ਹਨ। ਪਰ ਪ੍ਰੇਮ ਕੋ ਦੇਤ ਹੈ ਆਪਣੇ ਪ੍ਰਾਨਾ। ਜੋ ਕਿ ਆਪਣੇ ਪਿਆਰੇ ਦੇ ਪ੍ਰੇਮ ਦੇ ਵਿੱਚ ਆਪਣੇ ਪ੍ਰਾਣ ਤੱਕ ਦੇ ਦਿੰਦੇ ਹਨ। ਸਾਡਾ ਗੁਰੂ ਗੋਬਿੰਦ ਸਿੰਘ ਨਾਲ ਕੈਸਾ ਪ੍ਰੇਮ ਹੈ ਕਿ ਮਹਾਰਾਜ ਤਾਂ ਜੋਤੀ ਜੋਤ ਸਮਾ ਗਏ ਤੇ ਅਸੀਂ ਇੱਥੇ ਅਜੇ ਜਿਉਂਦੇ ਹਾਂ। ਹਮਰੋ ਤਨ ਮਾਨੁਖ ਕੋ ਸਭ। ਉਹ ਤਾਂ ਜੀਆ ਜੰਦ ਨਿਰਬੁੱਧ ਜੀਵ ਨੇ, ਅਸੀਂ ਤਾਂ ਫਿਰ ਵੀ ਇਨਸਾਨ ਜਾਗਦੇ ਦਿਮਾਗ ਵਾਲੇ ਹਾਂ। ਸਭ ਜਾਣਤ ਹੈ ਮਨ ਲਾਭ ਰੋਹਾਨਾ। ਆਪਦੇ ਮਨ ਦੇ ਵਿੱਚ ਲਾਭ ਕੀ ਹੈ ਹਾਨੀ ਕੀ ਹੈ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਸ੍ਰੀ ਗੁਰ ਪ੍ਰੀਤ ਸਦਾ ਸੁਖਦਾਇਆ। ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਪ੍ਰੀਤੀ ਸਦਾ ਹੀ ਸੁਖਦਾਈ ਹੈ। ਦੋਹੇ ਲੋਕਨ ਮੈਂ ਕਰਤੀ ਸੋ ਕਲਿਆਣਾ। ਜੋ ਦੋਨਾਂ ਲੋਕਾਂ ਦੇ ਵਿੱਚ ਕਲਿਆਣਕਾਰੀ ਹੈ। ਫਿਰ ਵੀ ਅਸੀਂ ਆਪਦੀ ਜਾਨ ਨਹੀਂ ਭੇਟਾ ਕਰ ਸਕੇ। ਸੋ ਹਮ ਜਾਨ ਮਹਾਤਮ ਕੋ। ਉਹ ਅਸੀਂ ਮਹਾਤਮ ਨੂੰ ਜਾਣਦਿਆਂ ਬੁੱਝਦਿਆਂ ਹੋਇਆਂ ਵੀ ਨਿਰਵਾਹੇ ਨਾ ਕੀਨ ਭਏ ਅਨਜਾਨਾ। ਅਸੀਂ ਮਹਾਰਾਜ ਜੀ ਦਾ ਜਿਹੜਾ ਪ੍ਰੇਮ ਹੈ ਪ੍ਰੇਮ ਦਾ ਨਿਰਵਾਹ ਨਾ ਕੀਤਾ, ਅਣਜਾਣਾ ਵਾਂਗੂ ਜਿਉਂਦੇ ਰਹੇ ਹਾਂ। ਪਾਹਨ ਤੇ ਨਿਠਰੋ ਹਮਰੋ ਰੋਰ। ਸਾਡਾ ਹਿਰਦਾ ਪੱਥਰ ਦੇ ਨਾਲੋਂ ਵੀ ਸਖਤ ਹੈ। ਪ੍ਰੀਤਮ ਕੇਰ ਵਿਯੋਗ ਸਹਾਰਾ। ਜਿਸ ਨੇ ਆਪਣੇ ਪਿਆਰੇ ਦਾ ਵਿਛੋੜਾ ਸਹਾਰ ਲਿਆ ਹੈ ਤੇ ਜਿਉਂਦਾ ਰਿਹਾ ਹੈ। ਜਦ ਸੀਤਾ ਜੀ ਦੀ ਖਬਰ ਹਨੂਮਾਨ ਲੈ ਕੇ ਰਾਮ ਜੀ ਦੇ ਕੋਲ ਪਹੁੰਚਿਆ
ਤੇ ਰਾਮ ਸੁਣ ਕੇ ਹੈਰਾਨ ਰਹਿ ਗਿਆ। ਉਹ ਗੱਲਾਂ ਬਾਤਾਂ ਦੱਸੇ। ਰਾਮ ਕਹਿਣ ਲੱਗਾ, ਹੈ ਹਨੂਮਾਨ, ਸੁਣਾ ਆਪਦੀ ਮਾਂ ਦੀ ਖਬਰ। ਉਹ ਖੁਸ਼ੀ ਖੁਸ਼ੀ ਜਦ ਗੱਲਾਂ ਦੱਸੀ ਜਾਏ ਤੇ ਰਾਮ ਕਹਿਣ ਲੱਗਾ ਵੀ ਕਮਾਲ ਹੋ ਗਈ, ਮੈਂ ਤਾਂ ਸੋਚਿਆ ਸੀ ਵੀ ਤੂੰ ਮੁਰਦੇ ਦੀ ਖਬਰ ਲੈ ਕੇ ਆਏਗਾ, ਮਰੀ ਨੂੰ ਵੇਖ ਕੇ ਆਏਗਾ। ਕੀ ਅਜੇ ਉਹ ਜਿਉਂਦੀ ਆ? ਉਹਨੂੰ ਤਾਂ ਮਰ ਜਾਣਾ ਚਾਹੀਦਾ ਸੀ ਮੈਥੋਂ ਬਗੈਰ। ਹਨੂਮਾਨ ਨੇ ਸੋਚਿਆ, ਉਹ ਇਹ ਤਾਂ ਤਰਕ ਹੋ ਗਈ, ਗੱਲ ਪੁੱਠੀ ਪੈ ਗਈ। ਉਹਨੇ ਜਾਣ ਬੁੱਝ ਕੇ ਤਰਕ ਕੀਤੀ ਵੀ ਉਹਦਾ ਕੈਸਾ ਪ੍ਰੇਮ ਹੈ ਮੇਰੇ ਨਾਲ। ਹਨੂਮਾਨ ਨੇ ਗੱਲ ਪਲਟਾਈ, ਪਿਆਰ ਦੇ ਵਿੱਚ ਬੋਲੀ ਕਹਿਣ ਲੱਗਾ, ਮਹਾਰਾਜ ਯਮਰਾਜ ਉਹਨੂੰ ਲੈਣ ਵਾਸਤੇ ਆਉਂਦਾ ਹੈ ਅਤੇ ਉਹ ਮਰੀ ਹੋਈ ਵੇਖ ਕੇ ਜਾਂਦਾ। ਉਹਦੇ ਸਰੀਰ 'ਚ ਸਾਹ ਪ੍ਰਾਣ ਨਹੀਂ ਹਨ। ਜੇ ਸਾਹ ਹੋਣ ਤਾਂ ਯਮਰਾਜ ਲੈ ਜਾਏ। ਉਹ ਆਉਂਦਾ ਮਰੀ ਨੂੰ ਵੇਖ ਕੇ ਮੁੜ ਜਾਂਦਾ। ਉਹ ਹੈ ਅਸਲ 'ਚ ਮਰੀ ਹੋਈ, ਪਰ ਉਹ ਜਿਉਂਦੀ ਤਾਂ ਵੀ ਉਹਦੇ ਸਾਹ ਤੁਹਾਡੇ ਚਰਨਾਂ 'ਚ ਵੱਸਦੇ। ਜਿੰਨਾ ਚਿਰ ਤੁਹਾਡੇ ਚਰਨ ਜਿਉਂਦੇ ਨੇ ਉਹਨਾਂ ਚਿਰ ਉਹ ਮਰ ਨਹੀਂ ਸਕਦੀ। ਗੱਜ ਕੇ ਆਖੋ ਸਤਨਾਮ ਸ੍ਰੀ। ਇਹ ਪਤਿਵਰਤਾ ਇਸਤਰੀ ਦਾ ਧਰਮ ਹੁੰਦਾ। ਜ਼ਰੂਰੀ ਨਹੀਂ ਵੀ ਬੰਦੇ ਨਾਲ ਹੀ ਬੰਦਾ ਮਰ ਜਾਏ। ਹਰੇਕ ਦੀ ਉਮਰ ਰੱਬ ਦੇ ਘਰ ਲਿਖੀ ਜਾਂਦੀ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਨੇ ਸਮਾਂ ਬਕਾਇਦਾ ਲਿਖ ਕੇ ਦਿੱਤਾ ਸੀਗਾ। ਉਹਨਾਂ ਸਮਾਂ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਨੇ। ਆਪ ਦਾ ਸਮਾਂ ਪੂਰਾ ਕਰਕੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਚਲੇ ਗਏ ਨੇ। ਖਾਲਸੇ ਦੇ ਮਨ 'ਚ ਪਿਆਰ ਬਿਰਹੋਂ ਤਾਂ ਹੈ, ਅਤੇ ਪਰ ਇਸ ਤਰ੍ਹਾਂ ਮਰਯਾਦਾ ਨਹੀਂ ਹੈ ਵੀ ਨਾਲ ਹੀ ਤੁਰ ਜਾਣਾ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ ਸੀ ਵੀ ਸਾਤੋਂ ਬਾਅਦ ਆਪ ਨੇ ਸੰਗਤਾਂ ਦੀ ਕਲਿਆਣ ਕਰਨੀ ਹੈ। ਤਾਂ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੰਗਤਾਂ ਦੀ ਬਾਂਹ ਫੜੋ ਜੀ। ਇਉਂ ਖਾਲਸਾ ਪੰਥ ਵੈਰਾਗ ਤਾਂ ਸਹੀ ਕਰ ਰਿਹਾ, ਪਰ ਜੋ ਵਾਹਿਗੁਰੂ ਦਾ ਪ੍ਰੇਮ ਹੈ ਮਨ ਵਿੱਚ ਹੋਣਾ ਚਾਹੀਦਾ ਹੈ। ਸੋ ਜਿਵੇਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਲਿਖਿਆ, ਕਹਿੰਦੇ ਨੇ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਪੀ ਸੋ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਇਹ ਮਨ ਵਿੱਚ ਬਿਰਹੋਂ ਚਾਹੀਦਾ, ਪ੍ਰੇਮ ਚਾਹੀਦਾ। ਅੱਗ 'ਤੇ ਸੜ ਕੇ ਖੁਦਕੁਸ਼ੀ ਕਰਨ ਵਾਲਾ ਕੋਈ ਸੱਚਾ ਪ੍ਰੇਮ ਨਹੀਂ ਅਖਵਾ ਸਕਦਾ ਹੈ। ਮਹਾਰਾਜ ਦੇ ਚਰਨਾਂ ਦੇ ਵਿੱਚ ਖਾਲਸੇ ਦੀ ਜਾਨ ਹੈ ਅਤੇ ਚਰਨ ਜਿਉਂਦੇ ਨੇ। ਮਹਾਰਾਜ ਕਿਤੇ ਗਏ ਨਹੀਂ ਹੋਏ। ਇਸ ਵਾਸਤੇ ਜਿੰਨਾ ਚਿਰ ਗੁਰੂ ਸਾਹਿਬ ਦਾ ਕੀਰਤਨ ਚੱਲਦਾ, ਮਹਾਰਾਜ ਦੀ ਜੋਤ ਹੈ, ਉਹਨਾਂ ਚਿਰ ਖਾਲਸਾ ਪੰਥ ਜਿਉਂਦਾ ਹੈ, ਜਾਗਦਾ ਹੈ, ਚੜ੍ਹਦੀ ਕਲਾ ਦੇ ਸਹਿਤ ਹੈ। ਸਾਡਾ ਹਿਰਦਾ ਹੇ ਸੱਚੇ ਪਾਤਸ਼ਾਹ ਪੱਥਰ ਤੋਂ ਵੀ ਸਖਤ ਹੈ। ਪ੍ਰੀਤਮ ਕੇਰ ਵਿਯੋਗ ਸਹਾਰਾ, ਜਿਸ ਨੇ ਆਪਦੇ ਪਿਆਰੀ ਦਾ ਵਿਛੋੜਾ ਸਹਾਰਿਆ ਹੈ। ਜਾਹੇ ਬਿਨਾ ਸੁਖ ਲੇਸ਼ ਨਹੀਂ, ਜਿਸ ਤੋਂ ਬਗੈਰ ਲੇਸ਼ ਮਾਤਰ ਵੀ ਸੁਖ ਨਹੀਂ ਹੈ। ਦੋ ਲੋਕਨ ਕੋ ਪ੍ਰਭ ਮਾਲਕ ਭਾਰਾ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੋਨਾਂ ਲੋਕਾਂ ਦਾ ਬੜਾ ਭਾਰੀ ਮਾਲਕ ਹੈ। ਤਾ ਬਿਨ ਬੈਠ ਰਹੇ ਬਨ ਦੀਨ, ਇਸ ਤੋਂ ਬਗੈਰ ਅਸੀਂ ਦੀਨ ਬਣ ਕੇ ਬੈਠ ਰਹੇ ਹਾਂ। ਗਏ ਨੇ ਸਾਥ ਜੋ ਨਾਥ ਉਦਾਰਾ, ਜੋ ਗੁਰੂ ਗੋਬਿੰਦ ਸਿੰਘ ਜੀ ਸਾਡਾ ਸੁਆਮੀ ਮਾਲਕ ਹੈ, ਅਸੀਂ ਚੜ੍ਹਾਈ ਕਰਕੇ ਉਹਦੇ ਨਾਲ ਹੀ ਕਿਉਂ ਨਾ ਚਲੇ ਗਏ। ਪੂਰ ਬੇਸੂਰਤ ਹੈ ਬਨ ਮੂਰਤ, ਪੱਥਰ ਦੀ ਮੂਰਤੀ ਬਣ ਕੇ ਖਾਲਸਾ ਪੰਥ ਸਿੱਖ ਸੰਗਤ ਬਹੁਤ ਜ਼ਿਆਦਾ ਝੂ ਰਹੀ ਹੈ। ਅੰਗ ਅਡੋਲ ਥਿਰੇ ਇੱਕ ਸਾਰਾ, ਇੱਕ ਬਰਾਬਰ ਜਿਹੜਾ ਚੌਂਕੜਾ ਮਾਰ ਕੇ ਬੈਠਾ ਉੱਥੇ ਬੈਠਾ, ਅਤੇ ਜਿਹਨੇ ਠਾਂ ਧਿਆਨ ਕੀਤਾ ਉਹਨੇ ਹੇਠਾਂ ਹੀ ਵੇਖੀ ਜਾ ਰਹੀ ਹੈ। ਇੰਜ ਸਾਰੇ ਅਡੋਲ, ਕੋਈ ਖੜਾ ਹੈ ਕੰਧ ਨਾਲ ਲਾ ਕੇ ਉਹ ਖੜਾ ਹੀ ਹੈ, ਅਤੇ ਇੰਜ ਅਡੋਲ ਇੱਕ ਰਸ ਉਹ ਸੋਚਾਂ ਸੋਚ ਰਹੇ ਹਨ। ਸ੍ਰੀ ਗੁਰੂ ਆਇਸ ਕੇ ਬਸ ਹੋਇ ਕਾਰ, ਸਤਿਗੁਰੂ ਜੀ ਨੇ ਆਗਿਆ ਕੀਤੀ ਸੀ ਕਿ ਤੂੰ ਆਹ ਕਰਨਾ ਹੈ, ਸਾਥੋਂ ਬਾਅਦ ਤੂੰ ਆਹ ਸੇਵਾ ਨਿਭਾਉਣੀ ਹੈ। ਆਗਿਆ ਦੇ ਵਸੀਕਾਰ ਹੋ ਕੇ ਰਾਤ ਲਓ ਚਾਰ ਮੋਰ ਥਿਰੇ, ਅੰਮ੍ਰਿਤ ਵੇਲੇ ਤੱਕ ਚਾਰ ਸਵੇਰੇ ਉੱਥੇ ਬੈਠੇ ਰਹੇ ਹਨ। ਦਾਸ ਤੁਰੰਗਨ ਮਹਿ ਗਨਿਓ ਇੱਕ ਦਾਸ ਘੋੜਿਆਂ ਦੇ ਤਬੇਲੇ ਦੇ ਅੰਦਰ ਗਿਆ। ਰੰਗ ਕੁਮੈਤ ਨਾ ਡੀਠ ਪਰੇ, ਜਦ ਦਿਨ ਚੜ੍ਹਿਆ ਤਾਂ ਕੀ ਵੇਖਿਆ, ਕੁਮੈਤ ਰੰਗ ਦਾ। ਕੁਮੈਤ ਲਾਖਾ ਰੰਗ ਹੁੰਦਾ ਹੈ। ਲਾਖੇ ਰੰਗ ਦਾ ਜਿਹੜਾ ਘੋੜਾ ਹੈ ਉਹ
ਉੱਥੇ ਨਹੀਂ ਖੜਾ ਹੈ। ਦਾਮ ਖੁੱਲੇ ਅਗਵਾਰ ਪਿਛਾਰ, ਪਿਛਲੇ ਪੌੜਾਂ ਦੇ ਅਗਲੇ ਪੌੜਾਂ ਦੇ ਜਿਹੜੇ ਰੱਸੇ ਹਨ ਜਿਨ੍ਹਾਂ ਨਾਲ ਘੋੜੇ ਬੰਨੇ ਸਨ, ਉਹ ਕੁਮੈਤ ਰੰਗ ਦੇ ਘੋੜੇ ਦੇ ਰੱਸੇ ਖੁੱਲੇ ਹੋਏ ਨੇ, ਜਿਵੇਂ ਕਿਸੇ ਨੇ ਆਪ ਖੋਲੇ ਹੋਣ। ਲੋਕਤ ਭਾਇ ਸਥਾਨ ਪਾਰੇ, ਸੋ ਉੱਥੇ ਰੱਸੇ ਖੁੱਲੇ ਹੋਏ ਦਿਖ ਰਹੇ ਹਨ। ਕੌਣ ਸੇ ਪੰਥੋਂ ਲੰਘ ਗਇਓ। ਹੈਰਾਨੀ ਦੀ ਗੱਲ ਹੈ ਕਿ ਤਬੇਲੇ ਦਾ ਦਰਵਾਜ਼ਾ ਬੰਦ ਹੈ ਤੇ ਘੋੜਾ ਉੱਡ ਕੇ ਤਾਂ ਨਹੀਂ ਚਲਾ ਗਿਆ, ਪਤਾ ਨਹੀਂ ਕਿਹੜੇ ਰਸਤੇ ਲੰਘ ਗਿਆ। ਇਸ ਰੀਤ ਰਹੇ ਦੁਆਰ ਪਿਰੇ, ਇਹ ਦਰਵਾਜ਼ੇ ਕਿਸ ਤਰ੍ਹਾਂ ਜਿੰਦਰੇ ਸਹਿਤ ਬੰਦ ਰਹੇ, ਪਰ ਘੋੜਾ ਲੱਭ ਨਹੀਂ ਰਿਹਾ। ਆਨ ਬਨਿਓ ਸਭ ਸਿੰਘਨ ਬੀਚ, ਉਸ ਤਬੇਲੇ ਦੇ ਦਾਸ ਨੇ ਆ ਕੇ ਸਿੰਘਾਂ ਦੇ ਵਿੱਚ ਇਹ ਗੱਲ ਕੀਤੀ, ਤੁਰੰਗ ਕੁਮੈਤ ਨਹੀਂ ਨਿਜ ਥਾਨੇ, ਕਿ ਖਾਲਸਾ ਜੀ ਲਾਖੇ ਰੰਗ ਦਾ ਘੋੜਾ, ਕੁਮੈਤ ਰੰਗ ਦਾ ਘੋੜਾ ਆਪਦੀ ਜਗ੍ਹਾ ਤੇ ਨਹੀਂ ਹੈ। ਜੀਨ ਕੋ ਪਾਏ ਕੈ ਤਿਆਰ ਕਰੇ, ਸਭ ਕਿਉਂਕਿ ਗੁਰੂ ਸਾਹਿਬ ਜੀ ਨੇ ਆਗਿਆ ਕਰਕੇ ਕਾਠੀਆਂ ਬਾ ਕੇ ਸਾਰੇ ਘੋੜੇ ਤਿਆਰ ਕਰਵਾ ਲਏ ਸਨ। ਉਹ ਵੀ ਕਾਠੀ ਸਹਿ ਤਿਆਰ ਸੀਗਾ। ਇੱਕ ਪਿਆਪ ਚੜੇ ਪਸਥਾਨੇ, ਇੱਕ ਕੁਮੈਤ ਘੋੜੇ ਤੇ ਚੜ੍ਹ ਕੇ ਇਉਂ ਜਾਪਦਾ ਕਿ ਗੁਰੂ ਜੀ ਤੋ ਚਾਲਾ ਮਾਰ ਗਏ ਹਨ। ਸ਼੍ਰੋਨ ਸੁਨੇ ਬਿਸਮਾਏ ਬਿਲੋਕਤ, ਇੰਝ ਕੰਨਾਂ ਵਿੱਚ ਖਬਰ ਸੁਣ ਕੇ ਸਾਰੇ ਬਹੁਤ ਜ਼ਿਆਦਾ ਆਸ਼ਚਰਜ ਹੋਏ। ਏਕ ਨਹੀਂ ਹਿਤ ਜਾਂ ਪਰ ਠਾਠਾਨੇ, ਜਿਹਦੇ ਉੱਪਰ ਗੁਰੂ ਸਾਹਿਬ ਜੀ ਦਾ ਹਿੱਤ ਸੀ, ਪ੍ਰੇਮ ਸੀਗਾ, ਉਹ ਇੱਕ ਘੋੜਾ ਉੱਥੇ ਨਹੀਂ ਖੜਾ ਸੀ। ਔਰ ਖਰੇ ਅਸ ਪੋਚਤ ਹੈ ਅਸ, ਤੇ ਬਾਕੀ ਘੋੜੇ ਖੜੇ ਖੜੋਤੇ ਪਤਾ ਨਹੀਂ ਉਹਨਾਂ ਨੂੰ ਕੀ, ਜਿਹੜੇ ਜਾਨਵਰ ਨੇ ਬੰਦੇ ਨਾਲੋਂ ਜ਼ਿਆਦਾ ਗਿਆਨਵਾਨ ਹੁੰਦੇ ਨੇ, ਉਹ ਰੋ ਰਹੇ ਨੇ ਜਿਸ ਤਰ੍ਹਾਂ ਕੋਈ ਚੀਜ਼ ਗਵਾਚ ਗਈ ਹੋਵੇ। ਪਤਾ ਨਹੀਂ ਉਹਨਾਂ ਨੂੰ ਕਿਹਨੇ ਦੱਸ ਦਿੱਤਾ ਵੀ ਤੁਹਾਡੇ ਨਾਲ ਪ੍ਰੇਮ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ ਨੇ ਦੁਨੀਆ ਛੱਡ ਕੇ। ਉਹ ਵਿਚਾਰੇ ਖੜੇ ਰੋ ਰਹੇ ਨੇ। ਇੱਕ ਘੋੜਾ ਤਾਂ ਵਿੱਚੋਂ ਮਹਾਰਾਜ ਲੈ ਗਏ ਤੇ ਦੂਜੇ ਵਿਚਾਰੇ ਖੜੇ ਰੋ ਰਹੇ ਹਨ। ਸੰਦੇਹ ਭਏ ਕਿਮ ਜਾਣੇ, ਕੌਣ ਜਾਣੇ ਕਿ ਘੋੜਿਆਂ ਨੂੰ ਕਿੰਨੇ ਦੱਸ ਦਿੱਤਾ, ਉਹਨਾਂ ਨੂੰ ਕਾਹਦਾ ਰੋਣਾ ਆ ਰਿਹਾ ਹੈ। ਦੋਏ ਘੜੀ ਜਬ ਦਿਵਸ ਚੜਿਓ, ਜਾਂ 2 ਘੜੀ ਦਿਨ ਚੜਿਆ ਹੈ, ਯਾਨੀ 7 ਵਜੇ ਦਾ ਸਮਾਂ ਹੋਇਆ। ਬਹੁ ਚਿਤ ਸੋਚਤ ਸੰਕਟ ਪਾਏ, ਚਿੱਤ ਵਿੱਚ ਸੋਚਦਿਆਂ ਸਾਰੇ ਸਿੱਖ ਬੜੇ ਦੁਖੀ ਹੋ ਰਹੇ ਹਨ ਕਿ ਕੁਝ ਸਮਝ ਨਹੀਂ ਆ ਰਹੀ। ਇੰਦਨ ਲਿਆਵੋ ਤੋ ਇੰਨੇ ਚਿਰ ਨੂੰ ਇੱਕ ਲੱਕੜਾਂ ਲਿਆਉਣ ਵਾਲਾ, ਬਾਲਣ ਲਿਆਉਣ ਵਾਲਾ ਸਿੱਖ ਤਿਨ ਬਾਹਰ ਸ਼੍ਰੀ ਪ੍ਰਭ ਕੋ ਦਰਸਾਏ, ਉਹ ਆਣ ਕੇ ਕਹਿਣ ਲੱਗਾ, ਖਾਲਸਾ ਜੀ ਤੁਸੀਂ ਰੋ ਕਿਉਂ ਰਹੇ ਹੋ? ਗੁਰੂ ਗੋਬਿੰਦ ਸਿੰਘ ਜੀ ਤਾਂ ਮੈਨੂੰ ਬਾਹਰ ਮਿਲੇ ਹਨ। ਆਏ ਗਇਓ ਪੁਨ ਸਿੰਘਨ ਮਹਿ, ਆ ਕੇ ਸਿੰਘਾਂ ਦੇ ਵਿੱਚ ਉਹਨੇ ਦੱਸਿਆ, ਜਹ ਸ਼ੋਕ ਸਮੇਤ ਹਿਰਦੈ ਸਮੁਦਾਏ, ਜਿੱਥੇ ਅਫਸੋਸ ਦੇ ਸਹਿਤ ਸਾਰੇ ਸਿੰਘ ਬੈਠੇ ਹੋਏ ਸਨ। ਰਖਰੋ ਹੋਏ ਦੀਨ ਸੰਦੇਹ, ਉਹਨੇ ਖੜੇ ਹੋ ਕੇ ਵੇਖਿਆ ਕਿ ਸਾਰੇ ਰੋ ਰਹੇ ਨੇ, ਸੋਚਾਂ ਸੋਚ ਰਹੇ ਹਨ। ਦੀਨ ਸੰਦੇਸਾ ਮੋਹਿ ਮਿਲੇ ਗੁਰ ਦੂਰ ਸਥਾਏ, ਉਹਨੇ ਆ ਕੇ ਸਿੱਖਾਂ ਨੂੰ ਸੁਨੇਹਾ ਦਿੱਤਾ ਕਿ ਮੈਂ ਦੂਰ ਜਦ ਲੱਕੜਾ ਲੈ ਰਿਹਾ ਸੀ ਤਾਂ ਗੁਰੂ ਜੀ ਮੈਨੂੰ ਬਾਹਰ ਮਿਲੇ ਹਨ, ਜਿਸ ਤਰ੍ਹਾਂ ਬੰਦੇ ਨੂੰ ਬੰਦਾ ਮਿਲਦਾ, ਇੰਝ ਮਹਾਰਾਜ ਪ੍ਰਤੱਖ ਮਿਲੇ ਨੇ। ਸ਼੍ਰੀ ਮੁਖ ਤੇ ਫੁਰਮਾਵਨ ਕੀਨ, ਜਿਸ ਤਰ੍ਹਾਂ ਆਪਾਂ ਮਿਲ ਕੇ ਇੱਕ ਦੂਜੇ ਨਾਲ ਗੱਲ ਕਰਦੇ ਹਾਂ, ਇਉਂ ਫਤਿਹ ਬੁਲਾ ਕੇ ਤੇ ਗੁਰੂ ਜੀ ਮੇਰੇ ਨਾਲ ਬੋਲੇ ਨੇ, ਮੈਨੂੰ ਆਗਿਆ ਕੀਤੀ ਹੈ। ਕਹੋ ਸਭ ਸਿੰਘਨ ਕੋ ਸਮਝਾਏ, ਜੋ ਜਾਓ ਕਮਲਿਆਂ ਨੂੰ ਰੋਣੋਂ ਹਟਾ, ਪਤਾ ਨਹੀਂ ਕਿਉਂ ਰੋ ਰਹੇ ਨੇ, ਮੈਂ ਤਾਂ ਇੱਥੇ ਸਹੀ ਸਲਾਮਤ ਹਾਂ। ਉਹਨਾਂ ਨੂੰ ਜਾ ਕੇ ਮੇਰਾ ਸੁਨੇਹਾ ਦੇ। ਆਏ ਤੁਰੰਗਮ ਤੀਰ ਗਇਓ ਹਮ, ਉਹ ਘੋੜੇ ਦੀ ਵੀ ਚਿੰਤਾ ਕਰ ਰਹੇ ਨੇ, ਉਹਨਾਂ ਨੂੰ ਜਾ ਕੇ ਦੱਸ ਕੇ ਘੋੜਾ ਮੇਰੇ ਕੋਲ ਆਪਣੇ ਆਪ ਪਹੁੰਚ ਗਿਆ ਹੈ। ਗੁਰੂ ਜੀ ਦਾ ਘੋੜਾ ਸ਼ੈਂਟੇ ਦੇ ਨਾਲ ਜਾਂ ਲਗਾਮ ਖਿੱਚਣ ਨਾਲ ਨਹੀਂ ਸੀ ਚੱਲਦਾ, ਮਹਾਰਾਜ ਦੇ ਮਨ ਦੇ ਇਸ਼ਾਰੇ ਨਾਲ ਚੱਲਦਾ। ਗੁਰੂ ਜੀ ਦਾ ਮਨ ਜੇ ਸੋਚਦਾ ਕਿ ਸੱਜੇ ਜਾਣਾ, ਮਨ ਨਾਲ ਮਿਲਿਆ ਹੋਇਆ ਸੀਗਾ।
ਤੇ ਇਉਂ ਉਹਨੇ ਸੱਜੇ ਮੁੜ ਪੈਣਾ। ਜੇ ਮਹਾਰਾਜ ਨੇ ਸੋਚਣਾ ਵੀ ਖੱਬੇ ਜਾਣਾ, ਉਹਨੇ ਖੱਬੇ ਤੁਰ ਪੈਣਾ। ਨਹੀਂ ਯਕੀਨ ਤਾਂ ਆਪ ਜਾ ਕੇ ਦਰਸ਼ਨ ਕਰ ਸਕਦੇ ਹੋ। ਅੱਜ ਵੀ ਉਸੇ ਤਰ੍ਹਾਂ ਹੀ ਹੈ। ਅੱਜ ਦੇ ਦਿਨ ਮਹੱਲੇ ਵਾਲੇ ਦਿਨ ਵੀ ਨਗਰ ਕੀਰਤਨ ਨਿਕਲਦਾ, ਅਤੇ ਦੁਸਹਿਰੇ ਵਾਲੇ ਦਿਨ ਵੀ ਨਗਰ ਕੀਰਤਨ ਨਿਕਲਦਾ। ਗੁਰੂ ਸਾਹਿਬ ਜੀ ਦਾ ਖਾਸ ਘੋੜਾ ਸਜਾ ਫਵਾ ਕੇ ਤਿਆਰ ਕਰਕੇ ਬਿਨਾਂ ਕਿਸੇ ਦੇ ਉੱਪਰ ਚੜ੍ਹਨ ਤੋਂ, ਬਿਨਾਂ ਕੰਟਰੋਲ ਤੋਂ ਲਗਾਮਾਂ ਪਾ ਕੇ ਛੱਡ ਦਿੱਤਾ ਜਾਂਦਾ, ਖਾਲੀ ਘੋੜਾ। ਜਿਹੜੇ ਘੋੜੇ ਨੇ ਕਈ ਵਾਰ ਡੰਗਰ ਪਸ਼ੂ ਉਹ ਬਹੁਤੀਆਂ ਸੰਗਤਾਂ ਜਾਂ ਵਾਜੇ ਗਾਜੇ ਸੁਣ ਕੇ ਘਬਰਾ ਜਾਂਦੇ ਨੇ, ਤਾਂ ਸੰਗਤ ਦਾ ਨੁਕਸਾਨ ਕਰਦੇ ਨੇ। ਪਰ ਮਹਾਰਾਜ ਦੇ ਘੋੜੇ 'ਚ ਪਤਾ ਨਹੀਂ ਕੀ ਕਮਾਲ ਹੈ। ਛੋਟਾ ਜਿਹਾ ਨਿਆਣਾ ਜੰਮਦਾ, ਉਹਦੇ ਪੈਰਾਂ 'ਚ ਭਾਵੇਂ ਪਾ ਦਿਓ ਨਗਰ ਕੀਰਤਨ ਵਾਲੇ ਘੋੜੇ 'ਚ, ਮਜਾਲ ਹੈ ਕਿਤੇ ਉਹ ਪੈਰ ਰੱਖ ਜੇ ਉਹਦੇ 'ਤੇ, ਐਂ ਥਿੰਮ ਕੇ ਪੈਰ ਰੱਖੂਗਾ। ਬੱਚੇ ਨੂੰ ਵੀ ਕੁਛ ਨਹੀਂ ਆਖੂਗਾ। ਲੋਕ ਥੱਲਿਓਂ ਦੀ ਲੰਘਦੇ ਨੇ, ਸੱਜੇ ਜਾਂਦੇ ਖੱਬੇ ਪਰਿਕਰਮਾ ਕਰਦੇ, ਉਹਨੂੰ ਮੱਥੇ ਟੇਕਦੇ, ਉਹ ਘੋੜਾ ਕੁਛ ਵੀ ਨਹੀਂ ਕਹਿੰਦਾ। ਅਤੇ ਇਸ ਤਰ੍ਹਾਂ ਲਿਫ ਜਾਂਦਾ ਜਿਸ ਤਰ੍ਹਾਂ ਉੱਤੇ ਭਾਰ ਪਿਆ ਹੋਵੇ, ਜਿਸ ਤਰ੍ਹਾਂ ਉੱਤੇ ਬੰਦਾ ਕੋਈ ਚੜ੍ਹਿਆ ਹੁੰਦਾ, ਅਤੇ ਮੁੜਕੀ ਅਤੇ ਬਹੁਤ ਜ਼ਿਆਦਾ ਆਪਦੇ ਆਪ ਨੂੰ ਜਿਸ ਤਰ੍ਹਾਂ ਉੱਤੇ ਭਾਰ ਪਿਆ ਹੋਵੇ, ਇਉਂ ਸਾਧ ਸੰਗਤ ਜੀ ਮਹਿਸੂਸ ਕਰਾਉਂਦਾ ਹੈ। ਅਤੇ ਅਜੇ ਵੀ ਉਸੇ ਤਰ੍ਹਾਂ ਹੀ ਕਰਾਮਾਤ ਹੈ। ਜਿਹੜਾ ਲੱਖਾ ਘੋੜਾ ਕਮੈਤ ਰੰਗ ਦਾ ਘੋੜਾ, ਬੜਾ ਤੇਜ਼ ਚਾਲ ਚੱਲਣ ਵਾਲਾ, ਬਲੀ ਅਤੇ ਚੰਚਲ ਕਿਸਮ ਦਾ, ਉਹ ਸਾਡੇ ਕੋਲ ਆ ਗਿਆ ਹੈ। ਸ਼ੋਕ ਨਾ ਚਿੰਤ ਕਰੋ ਚਿਤ ਮਹਿ। ਇਹ ਖਾਲਸਾ ਜੀ ਸਾਡੇ ਬਾਰੇ ਜਾਂ ਘੋੜੇ ਬਾਰੇ ਚਿੱਤ ਵਿੱਚ ਕੋਈ ਅਫਸੋਸ ਜਾਂ ਚਿੰਤਾ ਨਾ ਕਰੋ ਕਿ ਘੋੜਾ ਕੌਣ ਕੱਢ ਕੇ ਲੈ ਗਿਆ, ਕਿੱਥੇ ਚਲਾ ਗਿਆ। ਸਤਨਾਮ ਜਪੋ ਹੋਏ ਅੰਤ ਸੁਨਾਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ 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 ਦਾ ਜਾਪ ਜਪੋ, ਅੰਤਮ ਸਮੇਂ ਤੁਹਾਡੀ ਸਹਾਇਤਾ ਕਰੇਗਾ। ਯਾਉ ਕਹੈ ਸ੍ਰੀ ਪ੍ਰਭ ਜਾਤ ਭਏ। ਉਹ ਲੱਕੜਾਂ ਦੇ ਬਾਲਣ ਲੈਣ ਵਾਲੇ ਸਿੰਘ ਨੇ ਆ ਕੇ ਦੱਸਿਆ ਕਿ ਇਸ ਤਰ੍ਹਾਂ ਮਹਾਰਾਜ ਮੈਨੂੰ ਕਹਿ ਕੇ ਤੇ ਅੱਗੇ ਨੂੰ ਚਲੇ ਗਏ। ਸੁਨ ਕੈ ਗੁਰ ਬਾਤ ਸਭੈ ਬਿਸਮਾਏ। ਗੁਰੂ ਸਾਹਿਬ ਦੇ ਦਰਸ਼ਨਾਂ ਦੀ ਗੱਲ ਸੁਣ ਕੇ ਸਾਰੇ ਬੜੇ ਆਸ਼ਚਰਜ ਹੋਏ ਹਨ। ਦੋਹਰਾ ਸੰਮਤ 17 ਸੈ ਬਿਤੇ। ਇਹ ਜੋ ਗੁਰੂ ਜੀ ਦੇ ਜੋਤ ਸਮਾਉਣ ਦੀ ਸਾਖੀ ਹੈ, ਸੰਮਤ 1700 ਪਹਿਚਾਨ। 1765 ਸੰਮਤ ਬਿਕਰਮੀ ਪਹਿਚਾਨਣਾ ਕਰੋ। ਕਾਤਕ ਕੀ ਸ਼ੁੱਧ ਪੰਚਮੀ। ਕਾਤਕ ਮਹੀਨੇ ਦੀ ਤੇ ਪੰਚਮੀ ਸੁਦੀ ਦਾ ਦਿਹਾੜਾ ਸੀਗਾ। ਨਿਸਬੈ ਕੁੰਠ ਪਿਆਨ। ਇਉਂ ਸਵਾ ਪੈਰ ਦੇ ਤੜਕੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਸੱਚਖੰਡ ਗਏ ਹਨ। ਦੋਹਰਾ ਸ਼ੋਕ ਕਰੈ ਬੈਠੇ ਸਕਲ। ਸਾਰੇ ਬੈਠੇ ਅਫਸੋਸ ਕਰ ਰਹੇ ਹਨ। ਸੁਨ ਤੁਰੰਗ ਕੀ ਬਾਤ। ਸੁਣ ਕੇ ਲੱਕੜਾਂ ਵਾਲੇ ਬਾਲਣ ਵਾਲੇ ਸਿੰਘ ਕੋਲੋਂ ਘੋੜੇ ਦੀ ਗੱਲ। ਨਿਜ ਵਾਹਨ ਕੋ ਲੈ ਗਏ। ਇਹ ਗੁਰੂ ਸਾਹਿਬ ਜੀ ਆਪ ਦੀ ਸਵਾਰੀ ਵਾਲਾ ਘੋੜਾ ਲੈ ਕੇ ਚਲੇ ਗਏ। ਗੁਰੂ ਵੀਰ ਬਖਿਆਤ। ਗੁਰੂ ਸੂਰਮੇ ਪ੍ਰਗਟ ਹੀ। ਚੌਪਈ ਜਾਮ ਦਿਵਸ ਜਬ ਹੀ ਚੜ ਆਏ। ਜਦੋਂ 9:30 10 ਵਜੇ ਦਾ ਟਾਈਮ ਹੋਇਆ, ਕੱਤਕ ਸੁਦੀ ਪੰਜਵੀਂ ਦਾ। ਚਿਤ ਵਹਿ ਗੁਰੂ ਚਰਿਤ੍ਰ ਬਿਸਮਾਏ। ਸਤਿਗੁਰੂ ਜੀ ਦੇ ਕੌਤਕ ਚਿਤਵ ਰਹੇ ਹਨ, ਅਚਰਜ ਹੋ ਰਹੇ ਨੇ। ਏਕ ਸਾਧ ਪੁਨ ਚੱਲ ਕਰ ਆਇਓ। ਇੱਕ ਮਹਾਂਪੁਰਖ ਸਾਧ ਵੀ ਚੱਲ ਕੇ ਉੱਥੇ ਆਇਆ। ਸਿੰਘਨ ਕੋ ਅਵਲੋਕ ਲਾਇਓ। ਸਿੰਘਾਂ ਨੂੰ ਵੇਖ ਕੇ ਉਹ ਕਹਿਣ ਲੱਗਾ, ਤੁਮ ਕਿਮ ਬੈਠੇ ਹੋ ਮਿਲ ਕਰ ਕੈ। ਤੁਸੀਂ ਕਿਵੇਂ ਮਿਲ ਕੇ ਬੈਠੇ ਹੋ ਜੀ। ਸ਼ੋਕ ਸਚਿੰਤ ਮੌਨ ਮੁਖ ਧਰ ਕੈ। ਅਫਸੋਸ ਤੇ ਚਿੰਤਾ ਦੇ ਸਹਿਤ ਚੁੱਪ ਧਾਰ ਕੇ ਕਿਉਂ ਬੈਠੇ ਹੋ। ਸੁਨ ਕਰ ਕਹਿਓ ਪ੍ਰਸੰਗ ਉਦਾਰੇ। ਸਿੱਖ ਸੰਗਤਾਂ ਨੇ ਸੁਣ ਕੇ ਸਾਰਾ ਪ੍ਰਸੰਗ ਆਖਿਆ। ਸ੍ਰੀ ਸਤਿਗੁਰ ਬੈਕੁੰਠ ਸਿਧਾਰੇ। ਕਿ ਸਤਿਗੁਰੂ ਜੀ ਬੈਕੁੰਠ ਧਾਮ ਚਲੇ ਗਏ ਹਨ। ਸੈਨ ਦੀਨ ਜਿਮ ਮਹਿ
ਪਤਹੀਨਾ। ਜਿਵੇਂ ਫੌਜ ਰਾਜੇ ਤੋਂ ਬਗੈਰ, ਚੰਦ ਬਿਨਾ ਜਿਮ ਰਾਤ ਮਲੀਨਾ। ਚੰਦਰਮਾ ਤੋਂ ਬਿਨਾ ਜਿਵੇਂ ਰਾਤ ਮੈਲੀ ਹੈ। ਜਿਮ ਮਥੁਰਾ ਮੈਂ ਸ਼ਾਮ ਸਿਧਾਇਓ। ਜਿਵੇਂ ਮਥੁਰਾ ਵਿੱਚ ਕ੍ਰਿਸ਼ਨ ਚਲਾ ਗਿਆ। ਪਿੱਛੇ ਗੋਪੀ ਗਨ ਬਕੁਲਾਇਓ। ਪਿੱਛੇ ਗੋਪੀਆਂ ਬੜੀਆਂ ਰੋਈਆਂ। ਜਥਾ ਰਾਮ ਬਨ ਬਿਖੈ ਸਿਧਾਰੇ। ਜਿਵੇਂ ਰਾਮ ਬਨੋਬਾਸ ਨੂੰ ਗਿਆ। ਔਦਪੁਰੀ ਕੇ ਨਰ ਦੁਖਿਆਰੇ। ਅਯੁੱਧਿਆਪੁਰੀ ਦੇ ਲੋਕ ਦੁਖੀ ਹੋਏ। ਤਿਮ ਸਤਿਗੁਰ ਬਿਨ ਸਿੰਘ ਰਹੇ ਹੈ। ਤਿਵੇਂ ਸਤਿਗੁਰੂ ਤੋਂ ਬਗੈਰ ਸਿੰਘ ਦੁਖੀ ਹੋ ਰਹੇ ਨੇ। ਹਿਰਦੇ ਬਿਖਾਦ ਵਿਸਾਲ ਲਹੇ ਹੈ। ਹਿਰਦੇ ਵਿੱਚ ਬਹੁਤ ਦੁੱਖ ਕਸ਼ਟ ਲੈ ਰਹੇ ਹਨ। ਬੋਲਿਓ ਸਾਧ ਪਥ ਮੈਂ ਜਾਵਤ। ਉਹ ਸਾਧ ਬੋਲਿਆ ਕਿ ਮਹਾਰਾਜ ਨੂੰ ਮੈਂ ਰਸਤੇ ਜਾਂਦਿਆਂ ਮਿਲਿਆ ਹਾਂ, ਤੁਸੀਂ ਕਹਿ ਰਹੇ ਹੋ ਸੱਚਖੰਡ ਚਲੇ ਗਏ। ਦੇਖੇ ਤੈਂ ਗੁਰ ਅਗਰ ਸਿਧਾਵਤ। ਗੁਰੂ ਸਾਹਿਬ ਜੀ ਅੱਗੇ ਜਾਂਦੇ ਮੈਂ ਅੱਖਾਂ ਨਾਲ ਵੇਖੇ ਹਨ। ਮੈਂ ਕਰ ਬੰਦ ਕੀਨ ਪਗ ਨਮੋ। ਮੈਂ ਦੋਨੇ ਹੱਥ ਜੋੜ ਕੇ ਉਹਨਾਂ ਨੂੰ ਮੱਥਾ ਵੀ ਟੇਕਿਆ ਹੈ। ਮੁਸਕਾਵਤ ਬੋਲੇ ਤੈ ਸਮੋ। ਮੁਸਕਰਾਉਂਦਿਆਂ ਮਹਾਰਾਜ ਨੇ ਮੇਰੇ ਨਾਲ ਬਚਨ ਵੀ ਕੀਤਾ ਹੈ। ਆਵੋ ਸੰਤ ਦਰਸ ਲਿਹੁ ਦੇਹੋ। ਮੈਨੂੰ ਆਖਿਆ ਸੰਤ ਜੀ ਆਓ, ਮੈਨੂੰ ਦਰਸ਼ਨ ਦਿਓ ਤੇ ਮੇਰੇ ਦਰਸ਼ਨ ਲਵੋ। ਹਰ ਜਨ ਮਿਲਨ ਆਨੰਦ ਛਾਹੋ। ਕਿਉਂਕਿ ਹਰੀ ਜਨਾਂ ਦੇ ਨਾਲ ਮਿਲਣਾ ਬੜਾ ਆਨੰਦ ਹੁੰਦਾ ਹੈ। ਅੰਤ ਸਮੇਂ ਕੋ ਮੇਲ ਤੁਮਾਰੋ। ਤੁਹਾਡਾ ਮੇਰਾ ਅੰਤਮ ਸਮੇਂ ਦਾ ਮੇਲ ਹੈ। ਜਹ ਪਰ ਸੰਗ ਵਿਯੋਗ ਵਿਚਾਰੋ। ਸੋ ਜਿੱਥੇ ਸੰਜੋਗ ਵਿਜੋਗ ਵਿਚਾਰਿਆ ਜਾਂਦਾ। ਮੈਂ ਸੁਣ ਕਰ ਬੂਝਿਓ ਕਰ ਜੋਰ। ਮੈਂ ਸੁਣ ਕੇ ਮਰਨ ਹੱਥ ਜੋੜ ਕੇ ਪੁੱਛਿਆ ਵੀ ਰਾਵਰ ਕੋ ਪਿਆਨ ਕਿਤੇ ਹੋਰ। ਕਿ ਆਪ ਜੀ ਕਿਹੜੇ ਪਾਸੇ ਨੂੰ ਜਾ ਰਹੇ ਹੋ। ਦਾਸ ਨਹੀਂ ਕੋ ਸਾਥ ਤਿਹਾਰੇ। ਆਪ ਦੇ ਨਾਲ ਕੋਈ ਦਾਸ ਨਹੀਂ ਹੈ। ਨਾਥ ਇਕਾਂਕੀ ਕਹਾਂ ਪਧਾਰੇ। ਇਹ ਸੁਆਮੀ ਆਪ ਇਕੱਲੇ ਕਿਧਰ ਨੂੰ ਜਾ ਰਹੇ ਹੋ। ਬੋਲਿਓ ਸ਼੍ਰੀ ਮੁਖ ਤੇ ਮੁਸਕਾਵਤ। ਤਾਂ ਗੁਰੂ ਸਾਹਿਬ ਜੀ ਮੁਖੋਂ ਮੁਸਕਰਾਉਂਦਿਆਂ ਮੇਰੇ ਨਾਲ ਬੋਲੇ ਹਮ ਅਖੀਰਿਤ ਬਨ ਕੋ ਜਾਵਤ। ਕਿ ਅਸੀਂ ਸ਼ਿਕਾਰ ਖੇਡਣ ਵਾਸਤੇ ਜੰਗਲ ਨੂੰ ਜਾ ਰਹੇ ਹਾਂ। ਕਰਹਿ ਸੈਰ ਜੇ ਤਕ ਮਨ ਭਾਵਤ। ਜਿੱਧਰ ਕਿਧਰ ਮਨ ਪਾਉਂਦੀ ਸੈਰ ਕਰਾਂਗੇ। ਜਿਤ ਕਿਤ ਵਿਚਰਤ ਆਨੰਦ ਪਾਵਤ। ਜਿੱਧਰ ਕਿਧਰ ਵੀ ਵਿਚਰਾਂਗੇ ਆਨੰਦ ਪਾਵਾਂਗੇ। ਇਮ ਕੈ ਸਤਿਗੁਰ ਅਗਰ ਸਿਧਾਰੇ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਅੱਗੇ ਨੂੰ ਚਲੇ ਗਏ। ਹੈ ਘੁਮੈਤ ਪਰ ਆਯੁਧ ਧਾਰੇ। ਤੇ ਲਾਖੇ ਘੋੜੇ ਉੱਪਰ ਸਵਾਰ ਸਨ। ਉਹਨਾਂ ਸ਼ਸਤਰਾਂ ਵਸਤਰਾਂ ਨੂੰ ਧਾਰਨ ਕੀਤਾ ਹੋਇਆ। ਬਕਾਇਦਾ ਜਿਸ ਤਰ੍ਹਾਂ ਨਹਾ ਧੋ ਕੇ ਬੰਦਾ ਤਿਆਰ ਪਰ ਤਿਆਰ ਹੁੰਦਾ, ਇਸ ਤਰ੍ਹਾਂ ਉਹ ਤਿਆਰ ਪਰ ਤਿਆਰ ਸਨ। ਅਬਹੀ ਮੈਂ ਬਿਲੋਕ ਚਲ ਆਇਓ। ਅਰੇ ਬਹੁਤਾ ਸਮਾਂ ਨਹੀਂ ਹੋਇਆ, ਹੁਣੇ ਹੁਣੇ ਮੈਂ ਵੇਖ ਕੇ ਦਰਸ਼ਨ ਕਰਕੇ ਆਇਆ ਹਾਂ। ਤੁਮ ਹੋ ਅਚਾਨਕ ਕਹਾਂ ਸੁਨਾਇਓ। ਤੇ ਤੁਸੀਂ ਅਚਾਨਕ ਕਾਦੀ ਖਬਰ ਸੁਣਾ ਦਿੱਤੀ ਕਿ ਮਹਾਰਾਜ ਸੱਚਖੰਡ ਗਏ ਨੇ। ਮੈਂ ਤਾਂ ਨਹੀਂ ਮੰਨਦਾ। ਇੱਥੇ ਗੁਰਦੁਆਰਾ ਸਾਹਿਬ ਹੈ, ਸੱਚਖੰਡ ਤੋਂ ਕੁਝ ਦੂਰੀ ਤੇ ਇੱਕ ਤਾਂ ਨਾਨਕਸਰ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ। ਉਹਦੇ ਤੋਂ ਵੀ ਅੱਗੇ ਇਹ ਸਾਧ ਦਾ ਗੁਰਦੁਆਰਾ, ਜਿੱਥੇ ਮਹਾਰਾਜ ਨੇ ਉਹਨੂੰ ਦਰਸ਼ਨ ਦਿੱਤੇ। ਇਉਂ ਗੁਰੂ ਜੀ ਦੇ ਕੌਤਕ ਨਿਰਾਲੇ ਨੇ। ਮਹਾਰਾਜ ਅੱਜ ਵੀ ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ। ਹਾਜ਼ਰ ਨਾਜ਼ਰ ਨੇ, ਜਿਹੜਾ ਯਾਦ ਕਰੇ ਉਹਨੂੰ ਦਰਸ਼ਨ ਦਿੰਦੇ, ਉਹਦੀ ਸਹਾਇਤਾ ਕਰਦੇ ਨੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ। ਅੱਗੇ ਤੋਂ ਸਮੱਤ ਬਖਸ਼ਣੀ ਹੋਲੇ ਮਹੱਲੇ ਦੀਆਂ ਸਭ ਸੰਗਤਾਂ ਨੂੰ। ਸੋ ਮੁਬਾਰਕਾਂ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਆ ਬੈਠ ਕੇ ਕਥਾ ਸਰਵਣ ਕਰ ਰਹੀ ਸੀ। ਮਹਾਰਾਜ ਸਾਡੀ ਹਾਜ਼ਰੀ ਆਪ ਦੇ ਦਰ ਪ੍ਰਵਾਨ ਕਰਨ ਜੀ। ਭੁੱਲਾਂ ਚੁੱਕਾ ਖਿਮਾ ਕਰੋ। ਅੱਗੇ ਤੋਂ ਸਮੱਤ ਬਖਸ਼ੋ। ਇਮ ਕਹੈ ਸਤਿਗੁਰ ਅਗਰ ਸਿਧਾਰੇ। ਹੈ ਘੁਮੈਤ ਪਰ ਆਯੁਧ ਧਾਰੇ। ਅਬਹੀ ਮੈਂ ਬਿਲੋਕ ਚਲ ਆਇਓ। ਤੁਮ ਹੋ ਅਚਾਨਕ ਕਹਾਂ ਸੁਨਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।